ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਤਿਸ ਕੀ ਸ਼ਰਨੀ ਪਰਮਨਾ। ਜਿਸ ਜੀਵੜ ਆਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏ ਘਣਾ। ਦੁਖ ਦਰਦ ਨਾ ਮੂਲੇ ਹੋਏ,
ਸੰਤਨ ਕੈ ਪਾਤ ਸਾਮ ਮਹਿਲੇ ਤੁਮ ਉਜਲ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸੋਰਠ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਸੋਰਠ ਮਹਿਲਾ ਪੰਜਵਾਂ। ਗੁਰੂ ਸਾਹਿਬ ਜੀ ਆਪਾਂ ਨੂੰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਸਿਖਾ ਰਹੇ ਹਨ ਕਿ ਏਦਾਂ ਮਾਲਕ ਅੱਗੇ ਆਪਾਂ ਅਰਦਾਸ ਕਰਿਆ ਕਰੀਏ। ਆਪ ਗੁਰੂ ਜੀ ਅਰਦਾਸ ਕਰਕੇ ਆਪਾਂ ਨੂੰ ਸਿਖਾ ਰਹੇ ਹਨ। ਕੀ ਕਹੀਏ? ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਮਾਲਕ ਜੀਓ ਅਸੀਂ ਮੈਲੇ ਹਾਂ। ਜਿਸ ਵੇਲੇ ਗੁਰਬਾਣੀ ਪੜ੍ਹਨੀ ਹੈ ਪ੍ਰਮਾਤਮਾ ਦੀ ਹਜ਼ੂਰੀ ਵਿੱਚ, ਜਦੋਂ ਆਪਾਂ ਕਹਿਣਾ ਨਾ ਹਮ ਮੈਲੇ, ਕਿਹਨੂੰ ਕਹਿ ਰਹੇ ਹਾਂ? ਜੋ ਮਾਲਕ ਮੇਰੇ ਕੋਲ ਹਾਜ਼ਰ ਹੈ। ਸੁਰਤ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਰੱਖ ਕੇ ਹੀ ਰੱਬੀ ਬਾਣੀ ਪੜ੍ਹਨੀ ਹੈ। ਹਮ ਮੈਲੇ ਤੁਮ ਉਜਲ ਕਰਤੇ। ਮਾਲਕ ਜੀ ਅਸੀਂ ਮੈਲੇ ਹਾਂ, ਸਾਨੂੰ ਭੈੜੇ ਖਿਆਲਾਂ ਦੀ ਮੈਲ ਲੱਗੀ ਹੋਈ ਹੈ। ਆਪ ਜੀ ਪਵਿੱਤਰ ਕਰਨ ਵਾਲੇ ਹੋ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਮਾਲਕ ਜੀ ਅਸੀਂ ਨਿਰਗੁਣ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ। ਆਪ ਜੀ ਗੁਣਾਂ ਦੇ ਦਾਤੇ ਹੋ, ਸਾਨੂੰ ਗੁਣਾਂ ਦੀ ਦਾਤ ਬਖਸ਼ੋ। ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਾਤੁਰ ਸਿਆਨੇ ਤੂੰ ਸਰਬ ਕਲਾਂ ਕਾ ਗਿਆਤਾ। ਮਾਲਕ ਜੀ ਅਸੀਂ ਮੂਰਖ ਹਾਂ, ਹਮ ਮੂਰਖ। ਤੁਮ ਚਾਤੁਰ ਸਿਆਨੇ, ਤੁਸੀਂ ਹਰ ਪ੍ਰਕਾਰ ਕਰਕੇ ਸਿਆਣੇ ਹੋ। ਤੂੰ ਸਰਬ ਕਲਾਂ ਕਾ ਗਿਆਤਾ। ਮਾਲਕ ਜੀ ਤੁਸੀਂ ਸਾਰੀਆਂ ਸ਼ਕਤੀਆਂ ਦੇ ਗਿਆਤਾ ਹੋ, ਸਰਬ ਸ਼ਕਤੀਮਾਨ ਹੋ। ਇੱਥੇ ਥੋੜੀ ਜਿਹੀ ਵਿਆਖਿਆ ਕਰਦੇ ਹਾਂ ਹਮ ਮੂਰਖ। ਮਾਫ ਕਰਨਾ, ਕਈ ਵਾਰ ਆਪਣਾ ਹੰਕਾਰ ਇਹ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ ਵੀ ਅਸੀਂ ਮੂਰਖ ਹਾਂ। ਤਾਂ ਤੇ ਗੁਰਬਾਣੀ ਦੇ ਸ਼ੀਸ਼ੇ ਰਾਹੀਂ ਇਹ ਪਤਾ ਲੱਗਣਾ। ਜਿਵੇਂ ਆਪਣੀ ਸ਼ਕਲ ਵੇਖਣੀ ਹੋਵੇ ਨਾ, ਸ਼ੀਸ਼ੇ ਦੇ ਵਿੱਚ ਦਿਸਦੀ ਆ, ਅੱਖ ਦੂਸਰੇ ਨੂੰ ਤਾਂ ਵੇਖ ਲੈਂਦੀ ਹੈ, ਪਰ ਆਪਣੀ ਸ਼ਕਲ ਵੇਖਣੀ ਹੋਵੇ ਤਾਂ ਸ਼ੀਸ਼ਾ ਵਰਤਣਾ ਪੈਂਦਾ ਹੈ। ਇਸੇ ਤਰ੍ਹਾਂ ਜੇ ਆਪਣੀ ਮੂਰਖਤਾ ਵੇਖਣੀ ਹੋਵੇ
ਤਾਂ ਗੁਰਬਾਣੀ ਦੇ ਸ਼ੀਸ਼ੇ ਰਾਹੀਂ ਦਿਸਦੀ ਹੈ, ਗੁਰਬਾਣੀ ਦੇ ਗਿਆਨ ਰਾਹੀਂ ਦਿਸਦੀ ਹੈ। ਹੁਣ ਦੂਸਰੇ ਨੂੰ ਤਾਂ ਆਪਣੀ ਅੱਖ ਵੇਖ ਲੈਂਦੀ ਹੈ, ਜਿਵੇਂ ਇਸ਼ਾਰਾ ਦੇਵਾਂ ਵੀ ਮੰਨ ਲਓ ਕੋਈ ਐਵੇਂ ਤੁਰਿਆ ਫਿਰਦਾ ਹੈ, ਇੱਧਰ ਤੁਰ ਗਿਆ ਉੱਧਰ ਨੂੰ ਤੁਰ ਗਿਆ, ਆਪਾਂ ਅੰਦਾਜ਼ਾ ਲਾ ਲੈਂਦੇ ਵੀ ਇਹ ਕਮਲਾ ਲੱਗਦਾ ਹੈ, ਮੂਰਖ ਹੈ, ਐਵੇਂ ਤੁਰਿਆ ਫਿਰਦਾ ਹੈ। ਤੁਸੀਂ ਮੂਰਖ ਨੂੰ ਪੁੱਛਿਓ ਵੀ ਕਿੱਥੇ ਜਾਣਾ ਹੈ, ਉਹਨੂੰ ਕੋਈ ਪਤਾ ਨਹੀਂ, ਤੁਰਿਆ ਫਿਰਦਾ ਪਰ ਪਹੁੰਚਦਾ ਕਿਤੇ ਨਹੀਂ। ਦੇਖ ਲਿਆ ਨਾ ਅੱਖ ਨੇ। ਹੁਣ ਗੁਰਬਾਣੀ ਦੇ ਸ਼ੀਸ਼ੇ ਰਾਹੀਂ ਆਪਾਂ ਆਪਣੀ ਮੂਰਖਤਾ ਵੇਖੀਏ, ਤੇ ਜੇ ਆਪਾਂ ਐਵੇਂ ਤੁਰੇ ਫਿਰਦੇ ਹਾਂ ਥਾਂ ਥਾਂ ਦੇ ਉੱਤੇ ਵੀ ਕੀ ਹੈ ਕਿਤੋਂ ਕੁਛ ਮਿਲ ਜੇ, ਕੀ ਹੈ ਕਿਤੋਂ ਕੁਝ ਮਿਲ ਜੇ, ਕਦੇ ਮੂੰਹ ਚੱਕ ਕੇ ਕਿੱਧਰ ਨੂੰ ਤੁਰ ਗਏ, ਕਦੇ ਡੇਰੇ ਨੂੰ ਤੁਰ ਗਏ, ਕਦੇ ਕਿਸੇ ਬਾਬੇ ਨੂੰ ਤੁਰ ਗਏ, ਕਦੇ ਜੋਤਸ਼ੀ ਕੋਲੇ ਤੁਰ ਗਏ, ਕਦੇ ਤਵੀਤ ਲੈਣ ਤੁਰ ਗਏ, ਕਦੇ ਕਿੱਧਰ। ਏਦਾਂ ਦੁਨੀਆ ਗਿਆਨ ਤੋਂ ਬਿਨਾਂ ਕਮਲਿਆਂ ਦੀ ਤਰ੍ਹਾਂ ਤੁਰੀ ਫਿਰਦੀ ਹੈ। ਕਮਲਪਣਾ ਇਹ, ਐਵੇਂ ਥਾਂ ਥਾਂ ਤੇ ਤੁਰੇ ਫਿਰਨਾ, ਕਿਉਂਕਿ ਇੱਕੋ ਹੀ ਮਾਲਕ ਹੈ, ਬਸ ਉਸ ਮਾਲਕ ਨਾਲ ਜੁੜਨਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਗੁਰੂ ਦੇ ਗਿਆਨ ਤੋਂ ਬਿਨਾਂ ਜਗ ਕਮਲਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦਾ ਜਗ ਬੌਰਾ ਨ। ਬਿਨ ਸ਼ਬਦਾਂ ਦਾ ਭਾਵ ਗੁਰੂ ਦੇ ਉਪਦੇਸ਼ ਤੋਂ ਬਿਨਾਂ ਜਗ ਕਮਲਾ ਹੈ, ਤੇ ਕਮਲਿਆਂ ਦੀ ਤਰ੍ਹਾਂ ਦੁਨੀਆ ਤੁਰੀ ਫਿਰਦੀ ਹੈ ਇੱਧਰ ਉੱਧਰ। ਸੋ ਇੱਧਰ ਉੱਧਰ ਤੁਰਨਾ ਫਿਰਨਾ ਬੰਦ ਕਰੀਏ। ਗੁਰੂ ਦਾ ਵਚਨ ਮੰਨੋ, ਮੰਨੈ ਮੋਹ ਚੋਟਾਂ ਨਾ ਖਾਏ। ਜਦੋਂ ਗੁਰੂ ਦਾ ਵਚਨ ਮੰਨ ਲਿਆ, ਫਿਰ ਹੋਰ ਪਾਸੇ ਵੱਲ ਨੂੰ ਮੂੰਹ ਕਰਕੇ ਚੋਟਾਂ ਨਹੀਂ ਪੈਣਗੀਆਂ। ਕਦੇ ਕਿਸੇ ਪਾਸੇ ਨੂੰ ਮੂੰਹ ਕਰਕੇ ਤੁਰ ਜਾਣਾ, ਕਿਸੇ ਪਾਸੇ ਨੂੰ ਮੂੰਹ ਕਰਕੇ ਤੁਰ ਜਾਣਾ, ਇਹ ਕਮਲਪਣਾ ਹੈ। ਇਹ ਕਮਲਪਣਾ ਛੱਡ ਕੇ ਗੁਰੂ ਦੇ ਦਰ ਤੇ ਟਿਕ ਜਾਈਏ ਬਸ। ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਦੇਖੋ ਮੂਰਖ ਹੁੰਦਾ ਹੈ, ਕਈ ਵਾਰੀ ਮੂਰਖ ਕੁਝ ਨਾ ਕੁਝ ਕਰ ਰਿਹਾ ਹੁੰਦਾ ਹੈ, ਉਹਨੂੰ ਪਤਾ ਨਹੀਂ ਮੈਂ ਕੀ ਕਰੀ ਜਾਂਦਾ। ਇੱਦਾਂ ਹੀ ਗਿਆਨ ਤੋਂ ਬਿਨਾਂ ਦੁਨੀਆ ਕਮਲਿਆਂ ਵਾਲੇ ਕੰਮ ਕਰ ਰਹੀ ਹੈ। ਕੋਈ ਮਰਿਆਂ ਦੇ ਨਾਂ ਤੇ ਰੋਟੀਆਂ ਖਵਾ ਰਿਹਾ, ਕੋਈ 5 ਕਾਪੜੀਆਂ ਦੇ ਰਿਹਾ, ਕੋਈ ਹੋਰ ਪਤਾ ਨਹੀਂ ਕਿੰਨੇ ਕਿੰਨੇ ਕਰਮ ਕਾਂਡ ਦੁਨੀਆ ਕਰਦੀ ਹੈ। ਇਹ ਕਮਲਿਆਂ ਵਾਲੇ ਕੰਮ ਹੈ, ਇਹ ਕਮਲਿਆਂ ਦੇ ਕੰਮ ਹੈ। ਜੀਵਤ ਪਿੱਤਰ ਨਾ ਮਾਨੈ, ਕੋ ਮੂਏ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿਉਂ ਪਾਵਹਿ, ਕਊਆ ਕੂਕਰ ਖਾਹੀ। ਜਿਸ ਤਰ੍ਹਾਂ ਮੂਰਖ ਹੁੰਦਾ ਕਈ ਵਾਰ ਪਤਾ ਨਹੀਂ ਕੀ ਮੂੰਹ ਦੇ ਵਿੱਚ ਪਾ ਲਵੇ, ਇੱਦਾਂ ਹੀ ਜੇ ਸਾਨੂੰ ਖਾਣ ਪੀਣ ਦੀ ਸੋਝੀ ਨਹੀਂ। ਹੁਣ ਜਿਹੜਾ ਕੋਈ ਵੀ ਨਸ਼ਾ ਕਰਦਾ ਹੈ, ਦੇਖੋ ਉਹਨੂੰ ਖਾਣ ਪੀਣ ਦੀ ਸੋਝੀ ਨਹੀਂ। ਪਸ਼ੂ ਹੁੰਦਾ ਨਾ, ਮਾੜੀ ਬੂਟੀ ਨੂੰ ਨੱਕ ਲਾ ਕੇ ਸੁੰਘ ਕੇ ਛੱਡ ਦਿੰਦਾ ਵੀ ਇਹ ਬੂਟੀ ਮੇਰੀ ਸਿਹਤ ਨੂੰ ਖਰਾਬ ਕਰੂ। ਜੇ ਤੂੰ ਮਨੁੱਖ ਹੋ ਕੇ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦਾ, ਕੋਈ ਨਸ਼ਾ ਆਦਿਕ ਕਰਦਾ ਹੈ, ਤਾਂ ਫਿਰ ਤਾਂ ਪਸ਼ੂ ਚੰਗਾ ਜਿਹੜੇ ਆਪਣੀ ਸਿਹਤ ਦਾ ਖਿਆਲ ਰੱਖਦਾ। ਹੁਣ ਸ਼ਰਾਬ ਦੀ ਬੋਤਲ ਤੇ ਲਿਖਿਆ ਹੋਇਆ ਪੀਣੀ ਸਿਹਤ ਲਈ ਹਾਨੀਕਾਰਕ ਹੈ, ਤੂੰ ਫਿਰ ਉਹਨੂੰ ਢਿੱਡ 'ਚ ਪਾ ਰਿਹਾ। ਮੂਰਖਤਾ ਹੈ ਨਾ। ਮੋਟਰਸਾਈਕਲ ਹੋਵੇ, ਪੈਟਰੋਲ ਪਾਉਂਦੇ ਹਾਂ, ਡੀਜ਼ਲ ਨਹੀਂ ਪਾਉਂਦੇ, ਤੇ ਢਿੱਡ ਵਿੱਚ ਜੋ ਮਰਜ਼ੀ ਪਾ ਲੈਂਦੇ ਹਾਂ, ਪੇਟ ਵਿੱਚ ਜੋ ਮਰਜ਼ੀ ਪਾ ਲੈਣਾ ਬਿਨਾਂ ਵਿਚਾਰ ਤੋਂ, ਮੂਰਖਤਾ ਹੈ ਨਾ। ਸੋਚਣਾ ਵੀ ਆਪਣੀ ਟੈਂਕੀ ਵਿੱਚ ਕੀ ਪਾਉਣਾ। ਸੋ ਇੱਦਾਂ ਅਸੀਂ ਮੂਰਖ ਹਾਂ ਜੇ ਖਾਣ ਪੀਣ ਦੀ ਸੋਝੀ ਨਹੀਂ, ਜਾਂ ਐਵੇਂ ਤੁਰੇ ਫਿਰਦੇ ਹਾਂ, ਜਾਂ ਐਵੇਂ ਪਤਾ ਨਹੀਂ ਕੀ ਕਰ ਰਹੇ ਹਾਂ ਕਰਮ ਕਾਂਡ। ਸੋ ਇੱਦਾਂ ਧਰਮ ਦੇ ਨਾਂ ਤੇ ਫਜ਼ੂਲ ਦੇ ਕੰਮ ਦੁਨੀਆ ਬਹੁਤ ਕਰਦੀ ਹੈ। ਸੋ ਧਰਮ ਕੀ ਹੈ? ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਧਰਮ ਕੀ ਹੈ? ਪਵਿੱਤਰ ਕੰਮ ਕਰੋ, ਪਰਮਾਤਮਾ ਨੂੰ ਯਾਦ ਰੱਖੋ। ਇਹ ਜਿਹੜੇ ਕਰਮ ਕਾਂਡ ਨੇ, ਇਹ ਧਰਮ ਨਹੀਂ ਹੁੰਦਾ। ਇਹ ਤਾਂ ਧਰਮ ਦੇ ਨਾਂ ਤੇ ਚੱਲਦਾ ਇੱਕ ਪਾਗਲਪਣਾ ਹੈ। ਸੋ ਮੂਰਖ ਹੁੰਦਾ, ਕਈ ਵਾਰ ਕੁਝ ਬੋਲੀ ਜਾਂਦਾ ਹੈ, ਉਹਦੇ ਅਰਥ ਕੋਈ ਨਹੀਂ ਹੁੰਦਾ, ਐਵੇਂ ਬੋਲੀ ਜਾਂਦਾ, ਆਪਾਂ ਕਹਿੰਦੇ ਕਮਲਿਆਂ ਵਾਂਗੂ। ਇਹਦੀ ਮਨੁੱਖਤਾ ਦਾ ਹਾਲ ਹੈ ਗੁਰੂ ਗਿਆਨ ਤੋਂ ਬਿਨਾਂ। ਹੁਣ ਜੇ ਇਹ ਕਹਿ ਦਿੱਤਾ ਵੀ ਅੱਜ ਦਿਨ ਮਾੜਾ ਹੈ, ਇਹ ਕਮਲਿਆਂ ਦੀ ਗੱਲ ਹੈ। ਪਿਛਲੀ ਹਾਲਤ 'ਚ ਵੀ ਗੱਲ ਹੋਈ ਸੀ ਨਾ, ਲਿਖਿਆ ਬਾਣੀ ਵਿੱਚ ਵੀ, ਥਿੱਤੀ ਵਾਰ ਸੇਵਹਿ ਮੁਕਤ ਗਾਵਾਰ। ਦੇਖੋ ਗੁਰਬਾਣੀ ਦੇ ਗਿਆਨ ਦੇ ਸ਼ੀਸ਼ੇ ਰਾਹੀਂ ਵੇਖੋ ਮੂਰਖਤਾ। ਗੁਰੂ ਜੀ ਕਹਿੰਦੇ ਮੂਰਖ ਨੇ, ਪਾਗਲ ਨੇ ਜਿਹੜੇ ਥਿੱਤਾਂ ਵਾਰਾਂ ਨੂੰ ਹੀ ਮੰਨੀ ਜਾਂਦੇ ਆ। ਇਹ ਦਿਨ ਮਾੜਾ ਜੀ, ਅੱਜ ਇਹ ਪੈਂਚਕਾਂ ਚੜ੍ਹ ਗਈਆਂ ਜੀ, ਗੰਡ ਮੂਲ ਹੋ ਗਿਆ ਜੀ, ਇਹ ਮੰਗਲੀਕ, ਇਹ ਤਾਂ ਕਮਲਿਆਂ ਦੀਆਂ ਗੱਲਾਂ ਹੈ। ਗੁਰੂ ਸਾਹਿਬ ਦਾ ਫੈਸਲਾ ਨਾਲ ਸੁਣ ਲਿਓ। ਪਾਗਲ ਹੁੰਦੇ ਨੇ ਜਿਹੜੇ ਥਿੱਤਾਂ ਵਾਰਾਂ ਨੂੰ ਮੰਨਦੇ ਆ, ਥਿੱਤਾਂ ਵਾਰਾਂ ਦਾ ਵਹਿਮ ਕਰਦੇ ਆ। ਇਸ ਕਰਕੇ ਭਾਈ ਇਹ ਪਾਗਲਪਨ ਛੱਡੋ। ਕਮਲਿਆਂ ਦੀ ਗੱਲ ਹੈ ਵੀ ਦਿਨ ਮਾੜਾ, ਦਿਨ ਵੀ ਕਦੇ ਕੋਈ ਮਾੜਾ ਹੋਇਆ। ਇਹ ਤਾਂ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਨਣਾ, ਪੂਜਣਾ ਕਮਲਪਣਾ ਹੈ। ਗੁਰਬਾਣੀ ਦੇ ਵਿੱਚ ਲਿਖਿਆ ਹੈ, ਤਿਆਗ ਸੁਆਮੀ ਆਣ ਕੋ ਚਿਤਵਤ, ਮੂੜ ਮੁਗਧ ਖਲ ਖਰ ਤੇ।
देखो किन्ना गुरु साहब जी ने ज्ञान का थौड़ा मारिया है। कहते अपने मालक परमात्मा नूं छड्ड के त्याग स्वामी आण को चितवत, ਜਿਹੜੇ ਕਿਸੇ ਹੋਰ ਨੂੰ ਚਿਤਵਦੇ ਹੈ, ਕਿਸੇ ਹੋਰ ਨੂੰ ਮੰਨਦੇ ਪੂਜਦੇ ਹੈ, ਮੂੜ ਮੁਗਤ ਖਲ। ਦੇਖੋ ਬਾਣੀ ਦੇ ਸ਼ੀਸ਼ੇ ਰਾਹੀਂ ਦਰਸ਼ਨ ਕਰੋ। ਗੁਰੂ ਜੀ ਕਹਿੰਦੇ ਮੂੜ ਦਾ ਅਰਥ ਮੂਰਖ, ਮੁਗਤ ਦਾ ਅਰਥ ਮਹਾਮੂਰਖ, ਖਲ ਦਾ ਅਰਥ ਜੜ ਮੂਰਖ। ਤਿੰਨਾਂ ਲਫ਼ਜ਼ਾਂ ਦਾ ਸਾਂਝਾ ਅਰਥ ਕੀ ਬਣ ਗਿਆ? ਅਤ ਦਰਜੇ ਦੇ ਮੂਰਖ। देखो बाणी का फैसला जो परमात्मा तो बिना किसी देवी देवते बाबे पीर नूं मनदा है वो बिल्कुल सिरे दे मूर्ख है। इनू रुखा वचन ना कह दे कोई गुरु की निंदा हो जू। तिखा वचन भावें कह दो भी यह तो सतगुर वैद जी ने ऐसा टीका लाता, इक्के टीके ने पखंड की बीमारी चक दी। ये दसना पैंदा ना भी सतपुरुषों के वचन तिखे होंदे ने, रुखे नहीं होंदे। सतगुर वैद जी भी टीके लाउंदे ने। ये पखंड की बीमारी है ना, गुरु ने टीका लाता। त्याग स्वामी आण को चितवत, मूड़ मुगत खल। अगे लिखा होया खर, खर खोते नूं कहंदे आ। ते दा भाव ओ ਜਿਹੜੇ परमात्मा नूं छड्ड के किसी होर नूं मनदे आ, अत दर्जे दे मूर्ख ते खोते हुंदे। हुण जदों बाणी दे अर्थ विचारदे कई भैन भरा हैरान होणगे भी है आ बचन लिखिया होया बाणी 'च। ये मलार महला 5वां दा पाठ है। आपने दर्शन करना होया तो शब्द पढ़ लिओ। गुरु ग्रंथ साहिब जी का पावन अंक 1267। तो इदा दर्शन करो ज्ञान के शीशे राही भी पागलपन है किसी होर नूं मनना पूजना। किसी कबर समाध मड़ी मसानी ते मत्था टेकना कमलपना है। गुरु जी कहते जिन जियो पिंड दिया तिस चेत है नाहे, मड़ी मसानी मूड़े जोग नाहे। जिस परमात्मा ने तेनों जिंद दिती, शरीर दिता, उन्होंने तू कदे याद नहीं किया। जिन जियो पिंड दिया तिस चेत है नाहे, मड़ी मसानी मूड़े जोग नाहे। वो कमलिया कबरां समाधां ते जाके रब दा मेल नहीं होना। बाणी का फैसला कबरां समाधां ते जाके मत्थे टेकण वाले पागल हुंदे है। दर्शन हो गया ना बाणी के शीशे राही। एक भी वचन साडा बाणी तो बाहर होवे तां असीं जवाब दें। जे कोई गुरबाणी के ज्ञान नूं नहीं मनदा, जिथे मर्जी जा सकता है, पर गुरबाणी ज्ञान ते किंतु नहीं किसी ने करना। सिद्ध हो गया कमलपना। किसी बुत मूर्ति नूं मत्था टेकना कमलपना है। गुरु नानक बाबा जी कहते अंधे गूंगे अंध अंधार, पाथरले पूजे मुगध गावार। गुरु बाबा जी कहते अन्ने गूंगे, अन्नियां दे अन्ने, मूर्ख पागल पत्थर ही पूजी जाते। पत्थर पूजन वाले नूं बाणी च अन्ने गूंगे मूर्ख ते पागल लिखा होया जी। किड्डा पागल है मनुख, पत्थर नूं मत्था टेकदा है। इहदा मतलब ਉਹਦੇ मन ने कबूल कर लिया भी पत्थरा तू मेरे नाल चंगा है। की रह गया? देखो मनुख का स्वैमान ही मर गया। कई कह देंगे चलो भाई साहब कोई नहीं मत्था टेक लिया तां की हो गया जी। की हो गया? रही कख नहीं, स्वैमान मर गया। मन ने मन लिया भी पत्थर मेरे नाल चंगा है कि असीं पत्थरां तो भी नीवें पद्धर ते हैं। जद कि गुरबाणी का ज्ञान कह रहा है मनुख इस धरती का सरदार है। मनुख भैन भरा कोई है मानस दे ही। इस धरती में तेरी सिखदारी अवर जौन तेरी पनहारी। देखो गुरु का ज्ञान कह रहा है इस धरती ते तेरी सरदारी है, मानस जन्म अवर जौन तेरी पनहारी। बाकी सारिया जूना तेरा पानी भरन वाली है। भाव के मानस दे ही सारिया जूना का शिखर है, टॉप ऑफ क्रिएशन है। पर सच्चे ज्ञान तो बिना साडा स्वैमान मर गया। असीं पत्थर नूं मत्था टेकदा कहंदे पदना जी साडा तो पत्थर ही चंगा है। क्योंकि ज्ञान तो बिना मर जाता अंदर। अंधी रईयत ज्ञान भी होनी भाहे भरे मुरदार। ज्ञान तो बिना मनुखता अन्नी है। गुरु नानक बाबा जी आसा दी वार विच कहंदे ते तृष्णा दी अग विच दुनिया मुरदार है। भी की पत्थर नूं मत्था टेके कोई लाभ हो जे? ले दसो। इसे तृष्णा दी अग च ही मुरदा हो गई दुनिया, पत्थर नूं मत्था टेकता। सो पत्थर नूं मत्था टेकना अन्नियां दा ते मूर्खां दा काम है। अपनी गुरु जी का फैसला है भाई। पंथप्रीत सिंह तां गुरु घर दा एक स्पीकर है, बस चौकीदार कह लो। जो लिखिया बाणी च असीं सुना देना कि साडी ड्यूटी है। ना सुनावांगे असीं जानी कि गुनाहगार होवांगे। इस करके बाणी दे ज्ञान पागलपन का दर्शन हो गया ना बाणी ज्ञान के शीशे राही। मुड़ के ना किसी बुत मूर्ति नूं मत्था टेकिओ तां तिथितां वारां नूं मनना पागलपन आपां पहलां समझ लिया बाणी चों। एक होर लिखिया बाणी विच मूर्खां सिर मूर्ख है जे मन्ने नाही नाउ। ਜਿਹੜਾ परमात्मा की होंद नहीं मनता कहते वह भी मूर्खों के विचों श्रोमणी मूर्ख है। जमा सिरे का वो है, मूर्खा सिर मूर्ख है। तुसीं पुछोगे क्यों? क्योंकि समझो भी किस भाव च कहा है। जिहड़ा अपने मूल तो मुनकर है वह मूर्ख ही हुंदा ना। देसी उदाहरण देवां, हुण सेब है, सेब कहे मई है, बूटा तो हुंदा ही नहीं। फिर उन्होंने कहांगे भी कमलिया तू कित्थों आ गया?
ਉਦਾਹਰਨ ਰਾਹੀਂ ਗੱਲ ਜਲਦੀ ਸਮਝ ਆ। ਇਦਾਂ ਹੀ ਕਹਾਂਗੇ ਨਾ, ਹੁਣ ਕਿਰਨ ਕਹੇ, ਸੂਰਜ ਦੀ ਕਿਰਨ ਕਹੇ ਸੂਰਜ ਹੈ ਨਹੀਂ ਮੈਂ ਹੀ ਹੈ, ਵੀ ਕਮਲਗੇ ਤੂੰ ਕਿੱਥੋਂ ਆ ਗਈ, ਫਿਰ ਨੂੰ ਕਮਲਗੀ ਕਹਾਂਗੇ ਨਾ, ਵੀ ਕਮਲਗੇ ਤੂੰ ਕਿੱਥੋਂ ਆ ਗਈ। ਬੂੰਦ ਕਹੇ ਸਾਗਰ ਹੈ ਨਹੀਂ, ਤਾਂ ਇਦਾਂ ਹੀ ਕਹਾਂਗੇ ਕਮਲਗੇ ਤੂੰ ਕਿੱਥੋਂ ਆ ਗਈ। ਸੋ ਗੁਰੂ ਜੀ ਕਹਿੰਦੇ ਉਹ ਵੀ ਸਿਰੇ ਦਾ ਮੂਰਖ ਹੈ ਜਿਹੜਾ ਆਪਣੇ ਮੂਲ ਤੋਂ ਹੀ ਮੁਨਕਰ ਹੈ। ਮੂਲ ਕਹਿ ਲਓ, ਆਦ ਕਹਿ ਲਓ, ਸੋਮਾ ਕਹਿ ਲਓ, ਉਹ ਤਾਂ ਮੇਰਾ ਆਪਣਾ ਆਪ ਹੈ। ਜੇ ਉਹ ਨਾ ਹੋਵੇ ਤਾਂ ਮੇਰਾ ਵਜੂਦ ਨਹੀਂ ਹੋ ਸਕਦਾ। ਚਲੋ ਮੰਨਣ ਤਾਂ ਆਪਾਂ ਬਾਣੀ ਦੀ ਗਿਆਨ ਨੂੰ, ਅਧਿਆਤਮ ਸਾਇੰਸ ਨੂੰ ਹੈ, ਪਰ ਕਿਤੇ ਕਿਤੇ ਪ੍ਰਮਾਣ ਦੇਣਾ ਪੈਂਦਾ ਤਾਂ ਦੁਨਿਆਵੀ ਸਾਇੰਸ ਵੀ ਮੰਨਦੀ ਹੈ। ਉਹ ਤਾਂ ਅੰਗਰੇਜ਼ੀ 'ਚ ਹੀ ਲਿਖਦੇ ਹੈ। ਉਹ ਕਹਿੰਦੇ ਨੇ ਸਮਥਿੰਗ ਕੈਨ ਨਾਟ ਬੀ ਕ੍ਰੀਏਟਡ ਫਰੋਮ ਨਥਿੰਗ, ਨਾ ਕੁਝ ਦੇ ਵਿੱਚੋਂ ਕੁਝ ਪੈਦਾ ਨਹੀਂ ਹੋ ਸਕਦਾ। ਸੋ ਆਪਣੇ ਮੂਲ ਤੋਂ ਮੁਨਕਰ ਹੋਣਾ ਮੂਰਖਤਾ ਹੈ। ਇੱਦਾਂ ਦਰਸ਼ਨ ਹੋ ਗਿਆ ਨਾ ਗੁਰਬਾਣੀ ਦੇ ਸ਼ੀਸ਼ੇ ਰਾਹੀਂ, ਭਾਵ ਕਿ ਬਿਮਾਰੀ ਦਾ ਡਾਇਗਨੋ ਹੋ ਜਾਵੇ ਨਾ, ਦੂਰ ਹੋ ਜਾਂਦੀ ਹੈ ਬਿਮਾਰੀ। ਗੁਰੂ ਜੀ ਜਲੀਲ ਨਹੀਂ ਕਰ ਰਹੇ, ਮਨੁੱਖ ਨੂੰ ਜਾਗਰਤ ਕਰ ਰਹੇ ਹੈ ਵੀ ਕੀ ਤੂੰ ਪਾਗਲ ਬਣਿਆ ਫਿਰਦਾ, ਤੂੰ ਸਿਰੇ ਦਾ ਮੂਰਖ ਬਣਿਆ ਫਿਰਦਾ। ਤੂੰ ਕਈਆਂ ਦਾ ਮੈਂ ਹਾਲ ਦੇਖਿਆ, ਗੁਰਬਾਣੀ ਦਾ ਮਹਾਨ ਫਲਸਫਾ ਤੇ ਸਾਡਾ ਮਹਾਨ ਇਤਿਹਾਸ ਕਰਨੀਆਂ ਕੁਰਬਾਨੀਆਂ ਦਾ, ਕਈਆਂ ਨੂੰ ਉਹਨੂੰ ਚੰਗਾ ਲੱਗਦਾ। ਬਗਾਨੀਆਂ ਖੁਰਲੀਆਂ ਤੇ ਮੂੰਹ ਮਾਰ ਕੇ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਂਦੇ ਆ। ਬਗਾਨੀਆਂ ਖੁਰਲੀਆਂ ਦਾ ਭਾਵ ਸਮਝ ਕੇ ਰੂਸ ਚੀਨ ਦੀਆਂ ਗੱਲਾਂ ਕਰਦੇ ਆ। ਬੋਲੋ ਸਤਨਾਮ, ਕਮਾਲ ਦੀ ਗੱਲ ਹੈ, ਬੁੱਧੀਜੀਵੀ ਹੈ, ਇਸ਼ਾਰਾ ਕਾਫੀ ਹੈ। ਜੇ ਪੁੱਛੀਏ ਜਪਜੀ ਸਾਹਿਬ ਪੜ੍ਹੇ ਕਦੇ ਅਰਥਾਂ ਸਮੇਤ? ਨਾ ਜੀ, ਉਹ ਨਹੀਂ ਪੜ੍ਹਿਆ। ਪੜ੍ਹੀ ਜੇ ਕਦੇ ਗੁਰੂ ਦੀ ਬਾਣੀ? ਦੇਖਿਆ ਕਿਤੇ ਬੰਦਾ ਸਿੰਘ ਬਹਾਦਰ ਦਾ ਰਾਜ ਆ? ਦੇਖਿਆ ਕਿਤੇ ਸਿੰਘਾਂ ਦੀਆਂ ਕੁਰਬਾਨੀਆਂ? ਨਾ ਜੀ, ਉਹ ਤਾਂ ਜਾਣਦੇ ਨਹੀਂ ਲੱਗੇ। ਸੋ ਬਗਾਨੀਆਂ ਖੁਰਲੀਆਂ ਤੇ ਮੂੰਹ ਮਾਰ ਲਏ, ਬਗਾਨੇ ਫਲਸਫਿਆਂ ਤੇ, ਬਗਾਨੀਆਂ ਖੁਰਲੀਆਂ ਤੇ ਮੂੰਹ ਮਾਰ ਕੇ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣਾ, ਕਮਾਲ ਹੋ ਗਈ। ਇਸ ਕਰਕੇ ਬੜਾ ਵੱਡਾ ਗਿਆਨ ਦਾ ਖਜ਼ਾਨਾ ਸਾਡੇ ਕੋਲ ਹੈ। ਗਿਆਨ ਨੂੰ ਸਮਝੋ ਤਾਂ ਤੇ ਆਪਣੀ ਮੂਰਖਤਾ ਨੂੰ ਆਪਾਂ ਦੂਰ ਕਰੀਏ। ਜਿਸ ਕਿਸਮ ਦੀ ਵੀ ਮੂਰਖਤਾ ਜੋ ਜਿਸ ਵਿੱਚ ਵੀ ਹੈ, ਆਪਾਂ ਸਾਰਾ ਬਾਣੀ ਦਾ ਸ਼ੀਸ਼ਾ ਤੁਹਾਡੇ ਸਾਹਮਣੇ ਰੱਖਤਾ, ਤਾਂ ਤੇ ਬਾਣੀ ਦੇ ਸ਼ੀਸ਼ੇ ਰਾਹੀਂ ਵੇਖੋ, ਆਪਣੀ ਮੂਰਖਤਾ ਨੂੰ ਆਪਾਂ ਦੂਰ ਕਰੀਏ। ਸੋ ਇੱਦਾਂ ਪਹਿਲਾਂ ਆਪਾਂ ਸਮਝ ਲਿਆ ਸੀ ਵੀ ਨਸ਼ਾ ਮੂਰਖਤਾ ਹੀ ਹੈ ਨਾ, ਵੀ ਆਪਣੇ ਪੇਟ ਵਿੱਚ ਜੋ ਮਰਜ਼ੀ ਪਾ ਲੈਣਾ। ਬਾਣੀ ਵਿੱਚ ਵੀ ਇੱਦਾਂ ਹੀ ਲਿਖਿਆ, ਮੂਰਖਤਾ ਹੀ ਲਿਖਿਆ ਨਾ। ਕਹਿੰਦੇ ਦੁਰਮਤ ਮਦ ਜੋ ਪੀਵ ਤੇ ਵਿਖਲੀ ਪੱਤ ਕਮਲੀ, ਜਿਹੜੇ ਖੋਟੀ ਮੱਤ ਕਰਨ ਵਾਲੀ ਸ਼ਰਾਬ ਪੀਂਦੇ ਹੈ, ਕਹਿੰਦੇ ਉਹਨਾਂ ਦੀ ਮੱਤ ਹੈ ਜਿਹੜੀ ਮਾੜੀ ਹੋਈ ਹੈ, ਕਮਲੀ ਹੋਈ ਹੈ, ਮੱਤ ਝੱਲੀ ਹੈ। ਵਿਖਲੀ ਪੱਤ ਨਸ਼ਿਆਂ ਦੇ ਵਿੱਚ ਇੱਜ਼ਤ ਖਿਲਰ ਜਾਂਦੀ ਹੈ, ਮੱਤ ਕਮਲੀ ਹੋ ਜਾਂਦੀ ਹੈ। ਕਮਲੀ ਤੇਰੀ ਮੱਤ ਹੋਈ ਹੈ, ਕੀ ਪਾਈ ਜਾਂਦੇ ਪੇਟ ਦੇ ਵਿੱਚ? ਸਾਰੇ ਪ੍ਰਮਾਣ ਬਾਣੀ ਚੋਂ ਲੈ ਲਏ। ਸੋ ਇੱਦਾਂ ਭਾਈ ਇਹ ਹੈ, ਆਪਾਂ ਥੋੜ੍ਹੀ ਕੁ ਵਿਆਖਿਆ ਕਰ ਲਈ। ਆਓ ਸ਼ਬਦ ਵੱਲ, ਕਿਉਂਕਿ ਹੁਣ ਆਪਣਾ ਅੰਦਰ ਫੇਰ ਹੁਣੇ ਕਹੂ ਨਾ ਵੀ ਹਾਂ ਮਾਲਕ ਜੀ ਅਸੀਂ ਮੂਰਖ ਹਾਂ, ਮੂਰਖ ਹਾਂ ਅਸੀਂ। ਹਮ ਮੂਰਖ ਤੁਮ ਚਾਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ। ਮਾਲਕ ਜੀ ਅਸੀਂ ਮੂਰਖ ਹਾਂ। ਹਮ ਮੂਰਖ ਤੁਮ ਚਾਤੁਰ ਸਿਆਣੇ, ਤੁਸੀਂ ਹਰ ਪ੍ਰਕਾਰ ਕਰਕੇ ਸਿਆਣੇ ਹੋ, ਤੁਸੀਂ ਸਰਬ ਸ਼ਕਤੀਮਾਨ ਹੋ, ਤੂੰ ਸਰਬ ਕਲਾਂ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ। ਮਾਧੋ ਦਾ ਅਰਥ ਹੁੰਦਾ ਮਾਇਆਪਤੀ ਪਰਮਾਤਮਾ। ਮਾਲਕ ਜੀ ਮਾਧੋ ਹਮ ਐਸੇ, ਅਸੀਂ ਤਾਂ ਇਹੇ ਜਿਹੇ ਜੋ ਦੱਸਦਾ ਵੀ ਤਾਂ ਮੂਰਖ ਹਾਂ, ਮੈਲੇ ਹਾਂ। ਮਾਧੋ ਹਮ ਐਸੇ ਤੂੰ ਐਸਾ, ਤੁਸੀਂ ਐਸੇ ਹੋ। ਕੈਸੇ? ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਤੁਸੀਂ ਪਾਪਾਂ ਦਾ ਨਾਸ਼ ਕਰਨ ਵਾਲੇ ਹੋ। ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੁਹਾਡੇ ਵਰਗਾ ਚੰਗਾ ਮਾਲਕ ਨਹੀਂ ਕੋਈ ਵੇਖਣਾ। ਰਹਾਓ, ਨੀਕੋ ਦਾ ਅਰਥ ਹੁੰਦਾ ਚੰਗਾ, ਠਾਕੁਰ ਦਾ ਅਰਥ ਹੁੰਦਾ ਮਾਲਕ ਪਰਮਾਤਮਾ, ਦੇਸਾ ਦਾ ਅਰਥ ਹੁੰਦਾ ਦੇਖਿਆ। ਤੁਹਾਡੇ ਵਰਗਾ ਚੰਗਾ ਮਾਲਕ ਨਹੀਂ ਕੋਈ ਵੇਖਣਾ। ਨੀਕੋ ਠਾਕੁਰ ਦੇਸਾ। ਰਹਾਓ, ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ। ਤੁਸੀਂ ਹੀ ਸਾਰਿਆਂ ਨੂੰ ਸਾਜ ਕੇ ਨਵਾਜਿਆ ਹੈ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ। ਤੁਸੀਂ ਹੀ ਜਿੰਦ, ਸਰੀਰ ਤੇ ਪ੍ਰਾਣ ਦਿੱਤੇ ਹੈ। ਜੀਓ ਦਾ ਅਰਥ ਜਿੰਦ, ਪਿੰਡ ਦਾ ਅਰਥ ਪਿੰਡਾ, ਸਰੀਰ, ਪ੍ਰਾਣ। ਤੁਸੀਂ ਹੀ ਜਿੰਦ, ਸਰੀਰ ਤੇ ਪ੍ਰਾਣਾਂ ਦੇ ਦਾਤੇ ਹੋ, ਜੀਓ ਪਿੰਡ ਦੇ ਪ੍ਰਾਨਾ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਅਸੀਂ ਨਿਰਗੁਣਿਆਰੇ ਹਾਂ, ਨਿਰਗੁਣਿਆਰੇ, ਗੁਣ ਨਹੀਂ ਕੋਈ, ਸਾਡੇ ਵਿੱਚ ਕੋਈ ਗੁਣ ਨਹੀਂ। ਤੁਮ ਦਾਨ ਦੇਹੋ ਮਿਹਰਬਾਨਾ, ਮਿਹਰਬਾਨ ਪਰਮਾਤਮਾ ਜੀਓ, ਤੁਸੀਂ ਸਾਨੂੰ ਗੁਣਾਂ ਦਾ ਦਾਨ ਦਿਓ, ਸਾਨੂੰ ਦੈਵੀ ਗੁਣਾਂ ਦੀ ਦਾਤ ਬਖਸ਼ੋ। ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਕਰੋ ਭਲਾ ਹਮ ਭਲੋ ਨਾ ਜਾਨਹਾ, ਤੁਮ ਸਦਾ ਸਦਾ ਦਇਆਲਾ। ਤੁਸੀਂ ਤਾਂ ਸਾਡਾ ਭਲਾ ਕਰਦੇ ਹੋ, ਰੱਬੀ ਬਾਣੀ ਰਾਹੀਂ ਸਾਡਾ ਭਲਾ ਕਰ ਰਹੇ ਹੋ। ਤੁਮ ਕਰੋ ਭਲਾ
ਹਮ ਭਲੋ ਨਾ ਜਾਣਾ, ਅਸੀਂ ਭਲੇ ਹੀ ਨਹੀਂ ਜਾਣਦੇ। ਅਸੀਂ ਕੀ ਬਸ ਤੁਹਾਡੀ ਰੱਬੀ ਬਾਣੀ ਨੂੰ ਸੁਣਨ ਨੂੰ ਤਿਆਰ ਨਹੀਂ ਹੁੰਦੇ। ਅਸੀਂ ਤਾਂ ਕਈ ਵਾਰ ਤੁਹਾਡੀ ਰੱਬੀ ਬਾਣੀ ਨੂੰ ਨਿੰਦਾ ਕਹਿ ਦਿੰਦੇ ਹਾਂ, ਜਾਂ ਰੱਬੀ ਬਾਣੀ ਦੇ ਵਚਨਾਂ ਨੂੰ ਅਸੀਂ ਰੁੱਖਾਪਣ ਵੀ ਕਹਿ ਦਿੰਦੇ ਹਾਂ, ਕਿਉਂਕਿ ਤੁਸੀਂ ਸਾਡਾ ਭਲਾ ਕਰ ਰਹੇ ਹੋ। ਸਾਨੂੰ ਲੱਗਦਾ ਵੀ ਸਾਡੇ ਤੇ ਚੋਟ ਕੀਤੀ ਜਾ ਰਹੀ ਹੈ। ਸਾਨੂੰ ਪਤਾ ਹੀ ਨਹੀਂ ਵੀ ਗਿਆਨ ਦੇ ਥੋੜੇ ਸਾਡੇ ਚਿੱਬ ਕੱਢਦੇ ਹੈ। ਸਾਨੂੰ ਪਤਾ ਹੀ ਨਹੀਂ ਵੀ ਤੁਹਾਡੇ ਗਿਆਨ ਦੇ ਨੇਜੇ ਸਾਡਾ ਭਲਾ ਕਰਦੇ ਹੈ। ਕਬੀਰ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਨੇ ਨਾ ਵੀ ਸੱਚੇ ਵਚਨ ਨੇਜਿਆਂ ਵਰਗੇ ਹੁੰਦੇ ਹੈ। ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ। ਕਹਿੰਦੇ ਸੱਚੇ ਵਚਨ ਦੇ ਨੇਜੇ ਦੀ ਚੋਟ ਜਦੋਂ ਲੱਗਦੀ ਹੈ ਨਾ, ਸੱਚਾ ਵਚਨ ਨੇਜੇ ਦੀ ਤਰ੍ਹਾਂ ਹੁੰਦਾ ਹੈ। ਜੋ ਸੱਚ ਦਾ ਨੇਜਾ ਲੱਗਦਾ ਹੈ ਨਾ, ਸੱਚ ਦੇ ਨੇਜੇ ਦੀ ਚੋਟ ਦੁਖੀ ਨਹੀਂ ਕਰਦੀ, ਸੁਖੀ ਕਰਦੀ ਹੈ। ਸਿੱਧ ਚੋਟ ਸੁਹੇਲੀ ਹੈ, ਭਾਵ ਕਿ ਜਿਵੇਂ ਡਾਕਟਰ ਦਾ ਟੀਕਾ ਸੁਖੀ ਕਰਦਾ, ਦੁਖੀ ਨਹੀਂ ਕਰਦਾ, ਇੱਦਾਂ ਸੱਚੇ ਵਚਨ ਦਾ ਨੇਜਾ ਸੁਖੀ ਕਰਦਾ, ਦੁਖੀ ਨਹੀਂ ਕਰਦਾ। ਕਬੀਰ ਚੋਟ ਸੁਹੇਲੀ ਸੇਲ ਕੀ, ਸੇਲ ਦਾ ਤਸੇਲਾ ਨੇਜਾ, ਲਾਗਤ ਲੈ ਉਸਾਸ। ਜਦੋਂ ਸੱਚੇ ਵਚਨ ਦਾ ਨੇਜਾ ਲੱਗਦਾ ਨਾ, ਇੱਕ ਵਾਰੀ ਤਾਂ ਥੋੜਾ ਹੌਂਕਾ ਜਾਂਦਾ, ਸਾਂਝਾ ਚੜ੍ਹਦਾ ਇੱਕ ਵਾਰੀ ਤਾਂ, ਪਰ ਸੱਚੇ ਵਚਨ ਦੀ ਚੋਟ ਹੈ ਨਾ ਜਿਹੜੀ, ਇਹ ਸੁਖੀ ਕਰ ਦਿੰਦੀ ਹੈ। ਪਰ ਬਹੁਤੀ ਦੁਨੀਆ ਕਿੱਥੇ ਲੱਗ ਗਈ ਅੱਜ, ਧਰਮ ਜਗਤ 'ਚ ਵੀ ਕੀ ਗੜਬੜ ਹੋ ਗਈ। ਬਹੁਤੀ ਦੁਨੀਆ ਚਾਹੁੰਦੀ ਹੈ ਕੋਈ ਇਹੋ ਜਿਹਾ ਬਾਬਾ ਹੋਵੇ ਜਿਹੜਾ ਸੇਮ ਮਿਸ਼ਰੀ ਰੱਖੀ ਬੈਠਾ ਹੋਵੇ, ਅਸੀਂ ਮੱਥਾ ਟੇਕ ਦਈਏ, ਕੁਝ ਚੜਾਵਾ ਚੜਾ ਦਈਏ ਤੇ ਬਾਬਾ ਜੀ ਸਾਨੂੰ ਸੇਮ ਮਿਸ਼ਰੀ ਦੇ ਕੇ ਹੱਥ ਹਿਲਾ ਦੇਣ, ਆਏ ਆਸ਼ੀਰਵਾਦ ਦੇਣ, ਚੱਕ ਜੀ ਗੱਲ ਬਣ ਜੇ। ਆਏ ਗੱਲ ਕਿੱਥੋਂ ਬਣਦੀ ਹੈ। ਇਹ ਜਿਹੇ ਠੱਗ ਥਾਂ ਬੈਠੇ ਨੇ ਲਈ ਤੇ ਬਸ ਉਹ ਕਿਸੇ ਨੂੰ ਸੇਬ ਫੜਾਤਾ, ਕਿਸੇ ਨੂੰ ਮਿਸ਼ਰੀ ਫੜਾਤੀ, ਐਂ ਹੱਥ ਹਿਲਾਤਾ, ਲੈ ਆਸ਼ੀਰ ਐਂ ਤਰਦੀ ਹੋਵੇ ਦੁਨੀਆ। ਲੈ ਇੱਥੇ ਲੱਖ ਬੰਦਾ ਬੈਠਾ ਹੋਵੇ, ਮੈਂ ਐਂ ਕਰ ਦੂੰਗਾ। ਜ਼ੋਰ ਲੱਗਦਾ ਕੋਈ ਦੱਸਿਓ ਮੈਨੂੰ, ਲੱਗਦਾ ਜ਼ੋਰ? ਕੋਈ ਜ਼ੋਰ ਨਹੀਂ ਲੱਗਦਾ। ਇੱਦਾਂ ਨਹੀਂ। ਸੱਚੀ ਆਸ਼ੀਰਵਾਦ ਕੀ ਹੁੰਦੀ ਹੈ? ਸੱਚਾ ਗਿਆਨ। ਗੁਰੂ ਜੀ ਦਾ ਇੱਕ ਇੱਕ ਵਚਨ ਸੱਚੀ ਆਸ਼ੀਰਵਾਦ ਹੈ, ਭਾਵ ਕਿ ਸੱਚਾ ਵਚਨ ਭਲਾ ਕਰ ਦਿੰਦਾ ਹੈ। ਕਿਹਨੂੰ ਸੱਚੀ ਗੱਲ ਦੱਸ ਦਈਏ ਭਲਾ ਹੋ ਜਾਂਦਾ। ਸੱਚਾ ਗਿਆਨ ਹੀ ਸੱਚੀ ਆਸ਼ੀਰਵਾਦ ਹੈ। ਬਿਰਲੇ ਬਿਰਲੇ ਲੈਂਦੇ ਹੈ। ਸੱਚੀ ਆਸ਼ੀਰਵਾਦ ਦੇਣ ਵਾਲਾ ਵੀ ਕੋਈ ਹੈ, ਲੈਣ ਵਾਲਾ ਵੀ ਕੋਈ ਹੈ। ਝੂਠੀਆਂ ਆਸ਼ੀਰਵਾਦਾਂ ਦੇਣ ਵਾਲੇ ਬਥੇਰੇ ਨੇ ਤੇ ਲੈਣ ਵਾਲੇ ਵੀ ਬਥੇਰੇ ਹੈ। ਇਸ ਕਰਕੇ ਭਾਈ ਗੁਰੂ ਦਾ ਗਿਆਨ ਹੀ ਸੱਚੀ ਆਸ਼ੀਰਵਾਦ ਹੈ। ਇਹ ਹੱਥਾਂ ਲਾਉਣ ਨਾਲ ਕੁਛ ਨਹੀਂ ਹੁੰਦਾ। ਗੁਰੂ ਨਾਨਕ ਬਾਬਾ ਜੀ ਨੇ ਤਾਂ ਮਲਾਰ ਦੀ ਵਾਰ ਦੇ ਵਿੱਚ ਜਿਹੜੇ ਡੇਰੇ ਬਣਾ ਕੇ ਗੱਦੀਆਂ ਤੇ ਬਹਿ ਕੇ ਐਵੇਂ ਹੱਥ ਜੇ ਹਿਲਾਈ ਜਾਂਦੇ ਨੇ ਆਪਣੇ ਆਪ ਨੂੰ ਮੱਥੇ ਟਿਕਾ ਕੇ, ਇਹਨਾਂ ਨੂੰ ਜ਼ਮੀਰ ਦੀ ਮੌਤ ਮਰੇ ਹੋਏ ਕਿਹਾ। ਪੜ੍ਹ ਲਓ, ਪੰਗਤੀ ਲਿਖੀ ਹੈ ਨਾ, ਦੇਣ ਦਵਾਈ ਸੇ ਮਰਹੇ ਜਿਨ ਕੋ ਦੇਣ ਸੇ ਜਾਹੇ। ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿਹੜੇ ਡੇਰਿਆਂ ਦੀਆਂ ਗੱਦੀਆਂ ਤੇ ਬੈਠ ਕੇ ਨਾ ਆਸ਼ੀਰਵਾਦਾਂ ਦੇਣ ਦੇ ਢੰਗ ਰਚਦੇ ਆ। ਦਵਾਈ ਦਾ ਭਾਵ ਆਸ਼ੀਰਵਾਦਾਂ, ਦੇਣ ਦਵਾਈ ਸੇ ਮਰਹੇ। ਕਹਿੰਦੇ ਭਾਈ ਉਹ ਤਾਂ ਆਪ ਹੀ ਮਰੇ ਹੋਏ ਹੁੰਦੇ ਆ। ਕਿਹੜੀ ਜ਼ਮੀਰ ਦੀ ਮੌਤ ਵੀ ਸ਼ਰਮ ਹੁੰਦੀ ਨੇ ਇਹਨਾਂ ਨੂੰ। ਇਹ ਤਾਂ ਆਪ ਹੀ ਮਰੇ ਹੁੰਦੇ ਨੇ, ਕਿਹੜਾ ਕੋਈ ਸ਼ਰਮ ਹੈ। ਡੇਰਾ ਬਣਾ ਲਓ, ਲੀਡਰਾਂ ਨਾਲ ਜਾਰੀਆਂ ਪਾ ਲਓ, ਜੋ ਕਿ ਪੁੱਠਾ ਕੰਮ ਹੁੰਦਾ ਡੇਰੇ ਦੇ ਵਿੱਚੋਂ ਦਬਾ ਦਿਓ, ਪੁਲਿਸ ਅੰਦਰ ਵੜਦੀ ਨਹੀਂ, ਕਿਉਂ ਲੀਡਰ ਆਉਂਦੇ ਡੇਰੇ ਤੇ। ਇਹ ਤਾਂ ਆਪ ਹੀ ਮਰੇ ਹੋਏ ਹੁੰਦੇ ਨੇ। ਗੁਰੂ ਨਾਨਕ ਬਾਬਾ ਜੀ ਕਹਿੰਦੇ ਡੇਰਿਆਂ ਵਾਲੇ ਤਾਂ, ਇਹਨਾਂ ਨੂੰ ਕਿਹੜਾ ਕੋਈ ਸ਼ਰਮ ਹੁੰਦੀ ਹੈ। ਹੱਥ ਹਿਲਾਈ ਜਾਂਦੇ ਨੇ, ਮੱਥੇ ਟਿਕਾਈ ਜਾਂਦੇ ਨੇ, ਐਂ ਕਰੀ ਜਾਂਦੇ ਨੇ ਬਸ। ਪੰਗਤੀਆਂ ਯਾਦ ਰੱਖਿਓ ਜੀ, ਇੱਕ ਇੱਕ ਵਚਨ ਤੁਹਾਨੂੰ ਬਾਣੀ ਚੋਂ ਪ੍ਰਮਾਣ ਦਿੱਤਾ, ਫੇਰ ਨਾ ਭੁੱਲ ਜਾਓ ਵਾਰ-ਵਾਰ। ਦੇਣ ਦਵਾਈ ਸੇ ਮਰਹੇ, ਮਰੇ ਹੋਏ ਹੁੰਦੇ ਨੇ। ਜਿਨ ਕੋ ਦੇਣ ਸੇ ਜਾਹੇ, ਜਿਨ੍ਹਾਂ ਨੂੰ ਆਸ਼ੀਰਵਾਦਾਂ ਦਿੰਦੇ ਨੇ ਉਹ ਵੀ ਪਤਾ ਨਹੀਂ ਕਿੱਥੇ ਨੂੰ ਜਾਂਦੇ ਹੈ। ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਵੀ ਕੀ ਹੈ ਕਿ ਤੋਂ ਆਸ਼ੀਰਵਾਦ ਮਿਲ ਜੇ, ਪਤਾ ਨਹੀਂ ਕਿੱਥੇ ਦੁਨੀਆ ਆਸ਼ੀਰਵਾਦਾਂ ਲੈਣ ਜਾਂਦੀ ਹੈ। ਆਸ਼ੀਰਵਾਦਾਂ ਲੈਣ ਵਾਲੇ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ, ਤੇ ਦੇਣ ਵਾਲੇ ਤਾਂ ਮਰੇ ਹੁੰਦੇ ਨੇ, ਬੇਸ਼ਰਮ ਹੁੰਦੇ ਨੇ। ਇਸ ਕਰਕੇ ਸੱਚਾ ਗਿਆਨ ਸੱਚੀ ਆਸ਼ੀਰਵਾਦ ਹੈ। ਫੋਕੀਆਂ ਆਸ਼ੀਰਵਾਦਾਂ ਨਾਲ ਕੁਛ ਨਹੀਂ ਬਣਦਾ। ਗਿਆਨ ਦੇ ਥੌੜਿਆਂ ਨੇ ਹੀ ਸਾਡਾ ਜੀਵਨ ਬਣਾਉਣਾ ਹੈ। ਗੁਰੂ ਦਾ ਗਿਆਨ ਹੀ ਸਾਡੇ ਜੀਵਨ ਦੀ ਘਾਟ ਘਟਦਾ ਹੈ, ਤੇ ਗਿਆਨ ਦੇ ਥੌੜੇ ਝੱਲਣੇ ਹੀ ਪੈਣੇ ਜੇ ਜੀਵਨ ਬਣਾਉਣਾ। ਜੇ ਤੁਸੀਂ ਕਹੋਗੇ ਸੇਮ ਮਿਸ਼ਰੀ ਨਾਲ ਕੰਮ ਚੱਲ ਜੇ, ਨਹੀਂ ਚੱਲਣਾ। ਇਸ ਕਰਕੇ ਹੁਣ ਆਪਾਂ ਸਿੱਧ ਹੋ ਗਿਆ ਵੀ ਸੱਚੇ ਵਚਨ ਨੇਜਿਆਂ ਦੀ ਤਰ੍ਹਾਂ ਹੁੰਦੇ ਆ, ਪਰ ਸੱਚ ਦੇ ਨੇਜੇ ਦੀ ਚੋਟ ਸੁਖੀ ਕਰ ਦੂ। ਚਲੋ ਆਓ ਨਾਲ ਸ਼ਬਦ ਦੀ ਵਿਚਾਰ ਸੰਪੂਰਨ ਕਰੀਏ। ਸੋ ਗੱਲ ਚੱਲ ਰਹੀ ਸੀ, ਤੁਮ ਕਰੋ ਭਲਾ ਹਮ ਭਲੋ ਨਾ ਜਾਣਾਂ। ਮਾਲਕ ਜੀ ਤੁਸੀਂ ਤਾਂ ਸਾਡਾ ਭਲਾ ਕਰ ਰਹੇ ਹੋ ਸੱਚੇ ਗਿਆਨ ਰਾਹੀਂ, ਅਸੀਂ ਭਲਾ ਹੀ ਨਹੀਂ ਜਾਣਦੇ। ਹਮ ਭਲੋ, ਸਾਨੂੰ ਤਾਂ ਜਿਹੜਾ ਲੁੱਟ ਕੇ ਖਾਵੇ ਅਸੀਂ ਤਾਂ ਉਹਨੂੰ ਕਹਿੰਦੇ ਆ ਬਾਬਾ ਸਿਆਣਾ। ਕੋਈ ਤਵੀਤ ਫੜਾ ਦੇ, ਕੋਈ ਧਾਗਾ ਫੜਾ ਦੇ, ਕੋਈ ਮੁੰਦੀ ਜੀ ਫੜਾ ਦੇ, ਕੋਈ ਨਗਜਾ ਫੜਾ ਦੇ, ਅਸੀਂ ਤਾਂ ਉਹਨਾਂ ਨੂੰ ਕਹਿੰਦੇ ਜੀ ਬੜਾ ਸਿਆਣਾ ਬਾਬਾ। ਦੱਸ, ਜਿਹੜਾ ਕੱਚੇ ਧਾਗੇ ਦੇਵੇ ਨਾ, ਲਾਲ ਪੀਲੇ ਕਾਲੇ ਧਾਗੇ ਦੇਵੇ, ਤਵੀਤੀਆਂ ਦੇਵੇ, ਦੁਨੀਆ ਉਹਨੂੰ ਕਹਿੰਦੀ ਹੈ ਬੜਾ ਮਹਾਨ ਹੈ ਇਹ, ਜਦ ਕਿ ਉਹ ਧਰਮ ਜਗਤ ਵਿੱਚ ਲੁਟੇਰਾ ਹੈ। ਤੇ ਜੋ ਸੱਚ ਸਾਡਾ ਭਲਾ ਕਰਦਾ ਹੈ ਅਸੀਂ ਨਹੀਂ ਜਾਣਦੇ। ਚਲੋ ਹੁਣ ਆਪਾਂ ਅੱਜ ਤੋਂ ਜਾਣ ਲਈਏ। ਤੁਮ ਕਰੋ ਭਲਾ ਹਮ ਭਲੋ ਨਾ ਜਾਣਾਂ, ਤੁਮ ਸਦਾ ਸਦਾ ਦਇਆਲਾ। ਮਾਲਕ ਜੀ ਤੁਸੀਂ ਤਾਂ ਸਦਾ ਸਦਾ ਹੀ ਦਿਆਲੂ ਹੋ। ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ।
ਮਾਲਕ ਜੀ ਤੁਸੀਂ ਸੁੱਖਾਂ ਦੇ ਦਾਤੇ ਹੋ, ਤੁਮ ਸੁਖਦਾਈ ਪੁਰਖ ਵਿਦਾਤੇ, ਤੁਸੀਂ ਸਰਬ ਵਿਆਪਕ ਮਾਲਕ ਹੋ। ਤੁਮ ਰੱਖੋ ਆਪਣੇ ਬਾਲਾ, ਤੁਸੀਂ ਆਪਣੇ ਬੱਚਿਆਂ ਨੂੰ ਰੱਖੋ। ਬਾਲਾ ਭਾਵ ਅਸੀਂ ਨਿਆਣੇ ਹਾਂ, ਸਾਨੂੰ ਮੱਤ ਕੋਈ ਨਹੀਂ। ਅੰਦਰ ਦੇ ਤਲ ਦੇ ਉੱਤੇ ਸਰੀਰ ਮੈਚਿਓਰ ਹੋ ਗਿਆ, ਅੰਦਰ ਨਹੀਂ ਮੈਚਿਓਰ ਹੋਇਆ। ਅੰਦਰ ਤਾਂ ਨਿਆਣਪਣਾ ਹੀ ਹੈ। ਇਹ ਮੰਨ ਲਈਏ ਵੀ ਅਸੀਂ ਤਾਂ ਬੱਚੇ ਹੀ ਹਾਂ, ਨਿਆਣੇ ਆ, ਸਾਨੂੰ ਪਤਾ ਹੀ ਕੱਖ ਨਹੀਂ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ। ਮਾਲਕ ਜੀ ਤੁਸੀਂ ਸਾਰੇ ਖਜ਼ਾਨਿਆਂ ਦੇ ਮਾਲਕ ਹੋ। ਤੁਮ ਨਿਧਾਨ ਅਟਲ ਸੁਲਤਾਨ, ਤੁਹਾਡੀ ਪਾਤਸ਼ਾਹੀ ਸਦਾ ਅਟਲ ਹੈ, ਤੁਹਾਡਾ ਰੱਬੀ ਕਾਨੂੰਨ ਸਦਾ ਚੱਲਦਾ ਹੈ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ, ਸਾਰੇ ਜੀ ਜੰਤ ਤੇਰੇ ਹੀ ਦਰ ਦੇ ਮੰਗਦੇ ਹੈ, ਤੇਥੋਂ ਹੀ ਮੰਗਦੇ ਆ। ਜਾਚੈ ਜਾਚਨਾ, ਜੀ ਜੰਤ ਸਭ ਜਾਚੈ, ਕਾਹੋ ਨਾਨਕ ਹਮ ਇਹ ਹੈ ਹਵਾਲਾ, ਰਾਖ ਸੰਤਨ ਕੈ ਪਾਛੈ। ਮਾਲਕ ਜੀ ਸਾਡਾ ਤਾਂ ਇਹ ਹਾਲ ਹੈ। ਗੁਰੂ ਨਾਨਕ ਬਾਬਾ ਜੀ ਆਪਾਂ ਨੂੰ ਸਿਖਾ ਰਹੇ ਨੇ ਪੰਜਵੇਂ ਸਰੂਪ ਦੇ ਵਿੱਚ ਬੇਨਤੀ ਕਰਨੀ ਵੀ ਇੱਦਾਂ ਕਿਹਾ ਕਰੋ, ਕਹੋ ਨਾਨਕ ਹਮ ਇਹ ਹੈ ਹਵਾਲਾ। ਗੁਰੂ ਬਾਬਾ ਜੀ ਕਹਿੰਦੇ ਇੱਦਾਂ ਕਿਹਾ ਕਰੋ ਵੀ ਮਾਲਕ ਜੀ ਸਾਡਾ ਤਾਂ ਇਹ ਹਾਲ ਹੈ। ਹਵਾਲਾ ਹਾਲ ਜੋ ਪਹਿਲਾਂ ਦੱਸਤਾ ਵੀ ਅਸੀਂ ਮੂਰਖ ਹੈ, ਮੈਲੇ ਹਾਂ, ਅਸੀਂ ਭਲਾ ਵੀ ਨਹੀਂ ਜਾਣਦੇ, ਨਿਰਗੁਣੀ ਆ ਰਹੇ ਹਾਂ, ਸਾਨੂੰ ਅਕਲ ਕੋਈ ਨਹੀਂ, ਸਾਨੂੰ ਤੁਸੀਂ ਬਖਸ਼ਿਸ਼ ਕਰੋ। ਕਹੋ ਨਾਨਕ ਹਮ ਇਹ ਹੈ ਹਵਾਲਾ, ਰਾਖ ਸੰਤਨ ਕੈ ਪਾਛੈ, ਸਾਨੂੰ ਆਪ ਦੇ ਸਤ ਸੰਗੀਆਂ ਦੇ ਪਿੱਛੇ ਰੱਖੋ। ਸੰਤਨ ਦਾ ਅਰਥ ਹੁੰਦਾ ਸਤ ਸੰਗੀ। ਸੰਤ ਇੱਕ ਵਚਨ, ਸਤਿਗੁਰੂ ਬਹੁ ਵਚਨ, ਗੁਰੂ ਕੇ ਸਤ ਸੰਗੀ। ਪ੍ਰਮਾਣ ਲੈ ਲਓ, ਬਾਣੀ ਦਾ ਅਰਥ ਬਾਣੀ 'ਚ ਹੀ ਹੋ ਜਾਊਗਾ। ਤੀਜੇ ਪਾਤਸ਼ਾਹ ਜੀ ਕਹਿੰਦੇ ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ। ਹੁਣ ਆਵਾਜ਼ ਕਿਹਨੂੰ ਮਾਰੀ ਹੈ? ਡੇਰੇ ਵਾਲਿਆਂ ਨੂੰ ਨਹੀਂ ਆਵਾਜ਼ ਮਾਰੀ। ਕਿਹਨੂੰ ਆਵਾਜ਼ ਮਾਰੀ ਹੈ? ਆਓ ਸਤ ਸੰਗੀ ਪਿਆਰਿਓ, ਅਕਥ ਦੀ ਕਹਾਣੀ ਕਰਾਂ। ਆਪ ਹੋ ਸੰਤ ਪਿਆਰੇ ਹੋ, ਬਹੁ ਵਚਨ ਹੋ ਗਿਆ ਨਾ ਸੰਤ। ਸੋ ਜਿੱਥੇ ਬਹੁ ਸੰਤ ਲਫ਼ਜ਼ ਦਾ ਬਹੁ ਵਚਨੀ ਅਰਥ ਕੀ ਹੁੰਦਾ? ਸਤ ਸੰਗੀ। ਬਾਣੀ ਦੇ ਅਰਥ ਬਾਣੀ 'ਚ ਸਮਝਣੇ ਹੁੰਦੇ, ਗੁਰ ਕੀ ਬਾਣੀ ਗੁਰ ਤੇ ਜਾਤੀ। ਕਿਤੇ ਗੁਰੂ ਜੀ ਕਹਿੰਦੇ ਆਪ ਛੱਡ ਸਦਾ ਰਹੈ ਪਰਨੈ, ਗੁਰ ਬਿਨ ਅਵਰ ਨਾ ਜਾਣੈ ਕੋਇ, ਕਹੈ ਨਾਨਕ ਸੁਣੋ ਸੰਤ ਹੋ। ਭਾਵ ਸਤ ਸੰਗੀਓ ਸੁਣੋ, ਕਹੈ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਇ। ਬਾਣੀ ਦਾ ਅਰਥ ਬਾਣੀ 'ਚ ਹੋ ਗਿਆ ਨਾ, ਸਤ ਸੰਗੀਓ ਸੁਣੋ। ਤੇ ਇੱਕ ਵਚਨ ਸੰਤ ਸਤਿਗੁਰੂ, ਓੰ ਸਾਧ ਸਤਿਗੁਰ ਨਮਸਕਾਰੰ। ਸੰਤ ਸਤਿਗੁਰੂ ਦਾ ਪ੍ਰਮਾਣ ਦੇਵਾਂ, ਇਹ ਤਾਂ ਸਾਧੂ ਸਤਿਗੁਰ ਦਾ ਪ੍ਰਮਾਣ ਆ ਗਿਆ ਨਾ। ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ, ਕਿਲ ਵਿਖ ਦੁੱਖ ਕਾਟੇ ਸਭ ਦੂਰੇ। ਕਿਹੜੇ ਸੰਤ ਨਾਲ ਜੁੜੀਏ? ਸਤਿਗੁਰ ਸੰਤ ਮਿਲੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਜੋ ਗਿਆਨ ਦਾ ਸੁਰਮਾ ਦਿੱਤਾ ਹੈ, ਗੁਰੂ ਦਾ ਗਿਆਨ ਦਾ ਸੁਰਮਾ ਸੁਰਤ ਦੀ ਅੱਖ ਵਿੱਚ ਪਾਲੋ। ਭਾਵ ਗੁਰੂ ਦੇ ਗਿਆਨ ਨੂੰ ਸੋਚ ਮੰਡਲ ਦਾ ਹਿੱਸਾ ਬਣਾਓ, ਆਪਣੀ ਸੁਰਤ ਮੰਡਲ 'ਚ ਟਿਕਾਓ। ਫਿਰ ਕੀ ਹੋਇਆ? ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਅੰਧੇਰਾ ਖਤਮ ਹੋ ਗਿਆ। ਹਰ ਕਿਰਪਾ ਤੇ ਸੰਤ ਭੇਟਿਆ। ਜਿਹਨੇ ਗੁਰਬਾਣੀ ਦੇ ਗਿਆਨ ਨੂੰ ਸੁਰਤ ਵਿੱਚ ਟਿਕਾ ਲਿਆ, ਉਹਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਸੰਤ ਮਿਲ ਗਿਆ। ਇਹੀ ਸੰਤ ਸਤਿਗੁਰ ਦਾ ਮੇਲ ਹੈ। ਭੇਟ ਦਾ ਅਰਥ ਹੁੰਦਾ ਮੇਲ, ਮਿਲਾਪ, ਮੁਲਾਕਾਤ। ਸੰਤ ਸਤਿਗੁਰੂ ਕਿਵੇਂ ਮਿਲਦਾ ਹੈ? ਪਰ ਗੁਰੂ ਦੇ ਗਿਆਨ ਨੂੰ ਸੁਰਤ 'ਚ ਵਸਾ ਲਓ, ਸੰਤ ਸਤਿਗੁਰੂ ਦਾ ਇਹੀ ਮੇਲ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਫਿਰ ਗੁਰੂ ਬਾਬਾ ਜੀ ਕਹਿੰਦੇ ਉਹਦੇ ਮਨ ਵਿੱਚ ਚਾਨਣ ਹੋ ਜਾਂਦਾ। ਚਾਨਣ ਕੌਣ ਕਰਦਾ? ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸੋ ਸਿੱਧ ਹੋਇਆ ਗੁਰਬਾਣੀ ਦੇ ਗਿਆਨ ਨਾਲ ਜੁੜਨਾ ਹੀ ਸੰਤ ਸਤਿਗੁਰੂ ਨਾਲ ਜੁੜਨਾ ਹੈ। ਇਸ ਕਰਕੇ ਇੱਥੇ ਹੈ ਬਹੁ ਵਚਨ, ਕਹੋ ਨਾਨਕ ਹਮ ਇਹ ਹੈ ਹਵਾਲਾ, ਰੱਖ ਸੰਤਨ ਕੈ ਪਾਛੈ। ਕਿਰਪਾ ਕਰੋ ਮੈਨੂੰ ਆਪਣੇ ਸਤ ਸੰਗੀਆਂ ਦੇ ਵਿੱਚ ਹੀ ਰਲਾ ਲਓ। ਮਾਲਕ ਜੀ ਮੇਰਾ ਵੀ ਆਪਦੇ ਸਤ ਸੰਗੀਆਂ 'ਚ ਹੀ ਨਾਂ ਲਿਖ ਲਓ। ਤਾਂ ਤੇ ਇੱਥੋਂ ਤੱਕ ਸ਼ਬਦ ਦੀ ਵਿਚਾਰ ਸੰਪੂਰਨ ਹੋ ਗਈ। ਆਓ ਜੋ ਪਿੱਛੋਂ ਤੋਂ ਲੈ ਕੇ ਆਪਣਾ ਲਗਾਤਾਰ ਇੱਕ ਪ੍ਰਕਰਨ ਚੱਲ ਰਿਹਾ ਹੈ, ਜਿਹੜੇ ਸਰੋਤੇ ਲਗਾਤਾਰ ਪਿੱਛੋਂ ਤੋਂ ਲੈ ਕੇ ਸੁਣਦੇ ਉਹਨਾਂ ਨੂੰ ਪਤਾ ਹੈ, ਨਾਲ ਨਾਲ ਆਪਣਾ ਇੱਕ ਪ੍ਰਕਰਨ ਚੱਲ ਰਿਹਾ, ਇੱਕ ਵਿਸ਼ੇ ਤੇ ਗੱਲ ਚੱਲ ਰਹੀ ਹੈ, ਸਬਜੈਕਟ ਦੇ ਉੱਤੇ, ਕਿ ਅਸੀਂ ਮਨ ਕਰਕੇ ਗੁਰੂ ਵਾਲੇ ਬਣਨਾ ਹੈ। ਸ਼ੁਰੂ ਤੋਂ ਵਿਚਾਰ ਚੱਲੀ ਸੀ ਨਾ ਵੀ ਧਰਮ ਦਾ ਸੰਬੰਧ ਹੀ ਮਨ ਦੇ ਨਾਲ ਹੈ। ਮਨ ਕਰਕੇ ਗੁਰੂ ਦੇ ਦਰ ਤੇ ਆਉਣਾ, ਸੱਚੇ ਮਨੋਂ ਹੀ ਮੱਥਾ ਟੇਕਣਾ, ਮਨ ਨਹੀਂ ਹਾਜ਼ਰੀ ਭਰਨੀ ਹੈ, ਮਨ ਨਹੀਂ ਇਸ਼ਨਾਨ ਕਰਨਾ ਗੁਰੂ ਦਾ ਗਿਆਨ ਸੁਣ ਕੇ। ਤੇ ਅਗਲਾ ਨੁਕਤਾ ਚੱਲ ਰਿਹਾ, ਮਨ ਕਰਕੇ ਗੁਰੂ ਵਾਲੇ ਬਣਨਾ ਹੈ। ਮਨ ਨਹੀਂ ਗੁਰੂ ਵਾਲੇ ਬਣਨਾ ਹੈ। ਕਿਵੇਂ ਬਣਨਾ ਹੈ? ਸੋ ਇੱਕ ਇੱਕ ਵਚਨ ਗੁਰਬਾਣੀ ਦਾ ਸੱਤ ਕਰਕੇ ਮੰਨਣਾ ਹੈ। ਕਾਫੀ ਵਿਚਾਰ ਹੋ ਚੁੱਕੇ ਇਸ ਨੁਕਤੇ ਤੇ। ਕਕਾਰਾਂ ਦੀ ਰਹਿਤ ਮਨ ਵਿੱਚ ਟਿਕਾ ਕੇ ਰੱਖਣੀ ਹੈ। ਜੇ ਕਕਾਰ ਦੀ ਰਹਿਤ ਮਨ ਵਿੱਚ ਨਹੀਂ ਟਿਕੀ, ਫਿਰ ਧਰਮ ਦਾ ਲੇਬਲ ਤਨ ਤੇ ਲਾ ਕੇ ਕੋਈ ਧਰਮ ਹੀ ਨਹੀਂ ਬਣ ਜਾਂਦਾ। ਕਛਹਿਰੇ ਦੀ ਰਹਿਤ ਕੀ ਹੈ? ਤੇ ਕਛਹਿਰੇ ਦੀ ਰਹਿਤ ਦਾ ਇਤਿਹਾਸਕ ਦਰਸ਼ਨ ਪਿਛਲੀਆਂ ਹਾਜ਼ਰੀਆਂ 'ਚ ਹੋ ਚੁੱਕਿਆ ਹੈ। ਕੱਲ ਆਪਾਂ ਕੜੇ ਦੀ ਰਹਿਤ ਬਾਰੇ ਤੇ ਇਹਦਾ ਨਾਲ ਨਾਲ ਇਤਿਹਾਸਕ ਦਰਸ਼ਨ ਵੀ ਕੀਤਾ ਸੀ।
ਦੋ ਕਕਾਰਾਂ ਤੇ ਵਿਸਥਾਰ ਨਾਲ ਵਿਚਾਰ ਹੋ ਚੁੱਕੀ ਹੈ ਤੇ ਕਿਵੇਂ ਇਹ ਕੜੇ ਕਸ਼ਹਿਰੇ ਦੀ ਰਹਿਤ ਨੂੰ ਮਨ ਵਿੱਚ ਟਿਕਾ ਕੇ ਜੀਵਨ ਜਿਉਣਾ ਹੈ, ਇਹ ਆਪ ਜੀ ਸੁਣ ਚੁੱਕੇ ਹੋ ਪਿਛਲੀ ਹਾਜ਼ਰੀ ਵਿੱਚ। ਜਿਹਨੇ ਨਹੀਂ ਸੁਣਿਆ ਉਹ ਰਿਕਾਰਡਿੰਗ ਲੈ ਲਿਓ, ਇਹ ਵੀਰ ਜੀ ਰਿਕਾਰਡਿੰਗਾਂ ਕਰਦੇ ਆ ਸਾਰੀਆਂ, ਜੋ ਲਾਈਵ ਵੀ ਕਰ ਰਹੇ ਹੈ, ਇਹਨਾਂ ਤੋਂ ਆਪ ਜੀ ਰਿਕਾਰਡਿੰਗਾਂ ਲੈ ਕੇ ਸੁਣ ਲਿਓ ਤਾਂ ਕਿ ਸਾਰੀ ਲੜੀ ਇਹ ਵੀ ਜੁੜ ਜਾਵੇ। ਤਾਂ ਤੇ ਹਾਂ ਜੀ, ਅੱਜ ਤੀਸਰੇ ਕਕਾਰ ਦੀ ਗੱਲ ਕਰਾਂਗੇ ਆਪਾਂ, ਕੰਘਾ। ਕੰਘੇ ਦੀ ਰਹਿਤ ਨੂੰ ਮਨ ਵਿੱਚ ਟਿਕਾ ਕੇ ਰੱਖਣੇ। ਯਾਦ ਰੱਖਿਓ, ਰਹਿਤ ਮਜਾਜ 'ਚ ਲਿਖਿਆ 5 ਕਕਾਰ ਧਾਰਨ ਕਰਨੇ ਹੈ, ਭਾਵ ਕਕਾਰ ਦੀ ਰਹਿਤ ਨੂੰ ਮਨ ਵਿੱਚ ਟਿਕਾ ਕੇ ਰੱਖਣਾ ਹੈ। ਕਕਾਰ ਦੀ ਰਹਿਤ ਮਨ ਵਿੱਚ ਚਲੀ ਜਾਵੇ ਫਿਰ ਧਰਮ ਹੈ। ਹੁਣ ਕੰਘਾ ਕਹਿ ਰਿਹਾ ਵੀ ਮੇਰੇ ਵਿੱਚ ਚੱਲੀ ਹੈ ਆਰੀ, ਤਾਂ ਮੈਨੂੰ ਤੇਰੀ ਸੀਸ ਵਿੱਚ ਥਾਂ ਮਿਲਿਆ। ਆਪਦੇ ਵਿੱਚੋਂ ਪਹਿਲਾਂ ਆਰੀ ਫਰਾਈ ਹੈ, ਐਵੇਂ ਨਹੀਂ ਮੈਨੂੰ ਤੇ ਇੱਥੇ ਥਾਂ ਮਿਲ ਗਿਆ। ਤੇ ਤੇਰੇ ਤੇ ਭਾਵੇਂ ਆਰਾ ਚੱਲ ਜੇ, ਸਿਦਕੋ ਨਾ ਡੋਲੀ, ਤੈਨੂੰ ਵੀ ਗੁਰੂ ਪਰਮਾਤਮਾ ਦੀ ਗੋਦ ਵਿੱਚ ਥਾਂ ਮਿਲ ਜਾਵੇਗਾ। ਜਿਵੇਂ ਮੈਨੂੰ ਤੇਰੇ ਸੀਸ ਵਿੱਚ ਥਾਂ ਮਿਲ ਗਿਆ ਨਾ, ਤੈਨੂੰ ਵੀ ਗੁਰੂ ਪਰਮਾਤਮਾ ਦੀ ਗੋਦ ਵਿੱਚ ਥਾਂ ਮਿਲ ਜਾਵੇਗਾ। ਸਿਦਕ ਵਿੱਚ ਰਿਹਾ ਕਰ, ਡੋਲਿਆ ਨਾ ਕਰ। ਭਾਵੇਂ ਸੱਚ ਰਾਹ ਤੇ ਚੱਲਦਿਆਂ ਆਰਾ ਚੱਲ ਜਾਵੇ, ਡੋਲੀ ਨਾ, ਥਾਂ ਮਿਲ ਜੂ ਤੈਨੂੰ ਵੀ। ਜੇ ਮੈਨੂੰ ਥਾਂ ਮਿਲ ਗਿਆ ਨਾ ਤੇਰੇ ਸੀਸ ਵਿੱਚ, ਤੇ ਤੈਨੂੰ ਗੁਰੂ ਪਰਮਾਤਮਾ ਦੀ ਗੋਦ ਵਿੱਚ ਥਾਂ ਮਿਲ ਜੂ। ਆਰਾ ਚੱਲ ਜੇ ਭਾਵੇਂ ਸੱਚ ਤੋਂ ਨਾ ਡੋਲੀ। ਇਹ ਰਹਿਤ ਨੂੰ ਮਨ ਵਿੱਚ ਲੈ ਜਾ। ਰੱਤੇ ਸੀ ਜੇ ਮੁਖਣਾ ਮੁੜਨ ਜਿਨੀ ਸੰਯਤਾ ਸਾਈਂ, ਝੜ ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ। ਤੇ ਨਾਲ ਨਾਲ ਕੰਘਾ ਕਹਿ ਰਿਹਾ ਹੈ ਕਿ ਦੇਖ ਕੇ ਸਾਂਝੀਆਂ ਗੁੰਝਲਾਂ ਤੇਰੀਆਂ ਕੱਢ ਦਿੱਤੀਆਂ ਨਾ, ਤੇ ਤੂੰ ਗੁਰਬਾਣੀ ਰੂਪੀ ਕੰਘਾ ਮਨ ਵਿੱਚ ਫੇਰਿਆ ਕਰ। ਗੁਰਬਾਣੀ ਦੇ ਕੰਘੇ ਨੇ ਮਨ ਦੀਆਂ ਸਾਰੀਆਂ ਗੁੰਝਲਾਂ ਕੱਢ ਦੇਣੀਆਂ। ਜੇ ਮਨ ਵਿੱਚ ਗੁੰਝਲਾਂ ਲਈ ਫਿਰਦਾ ਹੈ, ਮਨ ਵਿੱਚ ਸ਼ੰਕੇ ਲਈ ਫਿਰਦਾ ਹੈ, ਉਹ ਤੂੰ ਕਾਹਦਾ ਸਿੱਖ ਹੈ? ਇਹ ਤਾਂ ਮਤਲਬ ਤੂੰ ਗੁਰਬਾਣੀ ਦਾ ਕੰਘਾ ਫੇਰਿਆ ਨਹੀਂ ਮਨ ਵਿੱਚ। ਗੁਰਬਾਣੀ ਗਿਆਨ ਦੇ ਕੰਘੇ ਨੇ ਸਾਰੀਆਂ ਮਨ ਦੇ ਸ਼ੰਕੇ ਗੁੰਝਲਾਂ ਕੱਢ ਦੇਣੀਆਂ। ਸਹਿਜ ਪਾਠ ਕਰਿਆ ਕਰ ਅਰਥਾਂ ਸਮੇਤ। ਸਿੱਖ ਦੇ ਮਨ ਵਿੱਚ ਕੋਈ ਗੁੰਝਲ, ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਤੇ ਐਡਾ ਵੱਡਾ ਗਿਆਨ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਕੋਲ ਹੈ। ਗੁਰਬਾਣੀ ਦਾ ਗਿਆਨ ਕੋਈ ਸ਼ੰਕਾ ਨਹੀਂ ਰਹਿਣ ਦਿੰਦਾ। ਇਸ ਕਰਕੇ ਭਾਈ ਗੁਰਬਾਣੀ ਰੂਪ ਦੇ ਗਿਆਨ ਦਾ ਕੰਘਾ ਮਨ ਦੇ ਵਿੱਚ ਜ਼ਰੂਰ ਫੇਰਿਆ ਕਰੋ। ਜਿੱਥੇ ਕੇਸਾਂ ਵਿੱਚ ਕੰਘਾ ਫੇਰਦੇ ਹਾਂ, ਕੇਸਾਂ ਦੀਆਂ ਗੁੰਝਲਾਂ ਨਿਕਲ ਜਾਂਦੀਆਂ, ਇਸੇ ਤਰ੍ਹਾਂ ਗੁਰਬਾਣੀ ਦਾ ਕੰਘਾ ਜਿਹੜਾ ਹੈ ਇਹ ਮਨ ਦੀਆਂ ਗੁੰਝਲਾਂ ਕੱਢ ਦਿੰਦਾ ਹੈ। ਤੇ ਕੰਘਾ ਕਹਿੰਦਾ ਜਿੱਥੇ ਤਨ ਦੀ ਸਫਾਈ ਰੱਖਣੀ ਹੈ ਨਾ, ਉੱਥੇ ਮਨ ਦੀ ਸਫਾਈ ਵੀ ਰੱਖ। ਇਹ ਕੰਘੇ ਦੀ ਰਹਿਤ ਨੂੰ ਮਨ ਵਿੱਚ ਲੈ ਜਾ। ਸਿਦਕ ਤੇ ਨਾਲ ਨਾਲ ਕਿਸੇ ਕਿਸਮ ਦੀ ਗੁੰਝਲ ਮਨ ਵਿੱਚ ਨਾ ਹੋਵੇ, ਤੇ ਮਾਲਕ ਤੇ ਭਰੋਸਾ ਹੋਵੇ। ਬਸ ਭਰੋਸਾ ਵੀ ਅਰਦਾਸ ਕਰਕੇ ਚੱਲੇ ਆ ਤੇ ਮੋਰਚਾ ਫਤਿਹ ਕਰਕੇ ਆਵਾਂਗੇ। ਕਿੰਨਾ ਸਿਦਕ ਭਰੋਸਾ। ਆਓ ਇਹਦੇ ਪਿੱਛੇ ਇੱਕ ਜਾਣੀ ਕਿ ਇਤਿਹਾਸਕ ਸਾਖੀ ਵੀ ਸੁਣਾ ਦੇਵਾਂ ਸੰਖੇਪ ਦੇ ਵਿੱਚ, ਵੀ ਕਿਵੇਂ ਸਿਦਕ ਭਰੋਸਾ ਇੱਕ ਤੇ ਜਿਹਨਾਂ ਦਾ ਡੋਲਿਆ ਹੋਇਆ ਹੁੰਦਾ ਉਹਨਾਂ ਦਾ ਹਾਲ ਕੀ ਹੁੰਦਾ ਹੈ। ਇਹ ਤੁਹਾਨੂੰ ਇੱਕ ਇਤਿਹਾਸਕ ਦਰਸ਼ਨ ਕਰਾਵਾਂ। ਇੱਕ ਵਾਰ ਨਾ ਇੱਕ ਕੋਈ ਪੰਡਤ ਜੀ ਆ ਕੇ ਨਾ ਕਹਿਣ ਲੱਗਿਆ ਗੁਰਦਰਬਾਰ ਦੇ ਵਿੱਚ ਦਸ਼ਮੇਸ਼ ਪਿਤਾ ਜੀ ਨੂੰ, ਮੈਂ ਜੀ ਤੁਹਾਡੇ ਸਿੱਖਾਂ ਨੂੰ ਸਿਦਕ ਦੀ ਸਿੱਖਿਆ, ਸਿਦਕ ਦੀ ਕਥਾ ਸੁਣਾਉਣਾ ਚਾਹੁੰਦਾ ਹਾਂ। ਗੁਰੂ ਸਾਹਿਬ ਕਹਿੰਦੇ ਸਿਦਕ ਦੀ ਕਥਾ ਸੁਣਾਉਣੀ ਹੈ? ਹਾਂ ਜੀ, ਮੈਂ ਟਾਈਮ ਲੈਣਾ ਚਾਹੁੰਦਾ। ਹੁਣ ਪਾਤਸ਼ਾਹ ਤਾਂ ਸਭ ਜਾਣਦੇ ਨੇ। ਕਹਿੰਦੇ ਸਿਦਕ ਦੀ ਕਥਾ ਚਲੋ ਸੁਣਾ ਭਾਈ। ਕਹਿੰਦਾ ਜੀ ਮੇਰੀ ਪੋਥੀ ਪਈ ਹੈ ਕਿਸੇ ਥਾਂ ਦੇ ਉੱਤੇ, ਅੱਜ ਤਾਂ ਮੈਂ ਤੁਹਾਤੋਂ ਪੁੱਛਣ ਆਇਆ ਵੀ ਮੈਂ ਸੁਣਾ ਸਕਦਾ ਹਾਂ, ਤੇ ਜੇ ਕਹੋ ਤਾਂ ਉੱਥੋਂ ਮੈਂ ਪੋਥੀ ਮੰਗਵਾ ਲੈਂਦਾ ਹਾਂ ਆਪਣੇ ਲੜਕੇ ਨੂੰ ਭੇਜ ਕੇ। ਗੁਰੂ ਸਾਹਿਬ ਕਹਿੰਦੇ ਭੇਜ ਦੇ, ਅੱਜ ਹੀ ਭੇਜ ਦੇ, ਮੰਗਵਾ ਲਾ। ਕਹਿੰਦਾ ਜੀ ਮੈਂ ਜੰਤਰੀ ਵੇਖ ਲਾਂ ਵੀ ਦਿਨ ਠੀਕ ਹੈ ਕਿ ਨਾ। ਗੁਰੂ ਸਾਹਿਬ ਕਹਿੰਦੇ ਭਰੋਸਾ ਹੈ ਤੈਨੂੰ ਜੰਤਰੀ ਦੇ ਉੱਤੇ ਵੀ ਜੋ ਜੰਤਰੀ ਕਹਿੰਦੇ? ਕਹਿੰਦਾ ਹਾਂ ਜੀ, ਚਲੋ ਰੱਖ ਆਪਣਾ ਭਰੋਸਾ ਕਾਇਮ ਰੱਖ, ਵੇਖ ਲਾ। ਜਦੋਂ ਵੇਖਿਆ ਕਹਿੰਦਾ ਓਹੋ ਅੱਜ ਤਾਂ ਜੀ ਦਿਨ ਮਾੜਾ ਹੈ, ਅੱਜ ਨਹੀਂ ਜਾਣ ਵਾਸਤੇ ਦਿਨ ਠੀਕ। ਹੁਣ ਲੈ ਕੇ ਇੱਕ ਪੋਥੀ ਆਉਣੀ ਹੈ, ਭਾਵ ਜਿਹੜੇ ਉਲਝੇ ਹੋਏ ਹੁੰਦੇ ਨੇ ਕੋਈ ਵੀ ਹੈ, ਤੇ ਦੇਖ ਕੇ ਜੀ ਕਹਿੰਦਾ ਜੀ ਬੁੱਧਵਾਰ ਦਿਨ ਸ਼ੁੱਧ ਹੈ, ਬੁੱਧਵਾਰ ਨੂੰ ਮੈਂ ਆਪਣੇ ਲੜਕੇ ਨੂੰ ਭੇਜੂੰਗਾ, ਉਹ ਪੋਥੀ ਲੈ ਕੇ ਆਊਗਾ ਤੇ ਫਿਰ ਮੈਂ ਕਥਾ ਸ਼ੁਰੂ ਕਰੂੰ। ਗੁਰੂ ਸਾਹਿਬ ਕਹਿੰਦੇ ਠੀਕ ਹੈ, ਹੁਣ ਤੂੰ ਸਿਦਕ ਤੇ ਰਹੀਂ ਵੀ ਜੋ ਜੰਤਰੀ ਨੇ ਤੈਨੂੰ ਕਹਿ ਦਿੱਤਾ ਇਹ ਪੱਕਾ ਰਹੀਂ। ਤੇ ਇਸ਼ਾਰਾ ਦੇ ਦਿੱਤਾ ਇੱਕ, ਚਲੋ ਆ ਗਿਆ ਘਰ। ਬੁੱਧਵਾਰ ਦਾ ਦਿਨ ਆ ਗਿਆ। ਦਿਨ ਆਇਆ, ਉਹਨੇ ਕੀ ਕੀਤਾ ਜੀ, ਹੁਣ ਜਾਣਾ ਹੈ ਲੜਕੇ ਨੇ ਪੋਥੀ ਲੈਣ ਵਾਸਤੇ। ਕੀ ਹੋਇਆ, ਗਣੇਸ਼ ਪੂਜਾ ਕਰ ਲਈ। ਗਣੇਸ਼ ਪੂਜਾ ਕੀਤੀ, ਮੁਹੂਰਤ ਕੱਢ ਲਿਆ ਵੀ ਐਨੇ ਵੱਜ ਕੇ ਐਨੇ ਮਿੰਟਾਂ ਤੇ ਤੁਰਨਾ ਚਾਹੀਦਾ ਹੈ। ਦੇਖੋ ਜਿਹੜਾ ਉਲਝਿਆ ਹੋਇਆ ਹੁੰਦਾ ਕੋਈ ਵੀ ਬੰਦਾ, ਇੱਕ ਗੱਲ ਹੈ ਇੱਕ ਪੋਥੀ ਲਿਆਉਣ ਦੀ, ਪਰ ਉਹਦੇ ਵਿੱਚ ਕਿੰਨਾ ਕੁਝ ਚੱਲ ਰਿਹਾ ਹੈ। ਗਣੇਸ਼ ਪੂਜਾ ਕਰ ਲਈ, ਮੁਹੂਰਤ ਕੱਢ ਲਿਆ ਵੀ ਐਨੇ ਵੱਜ ਕੇ ਐਨੇ ਮਿੰਟਾਂ ਤੇ ਤੁਰਨਾ ਚਾਹੀਦਾ ਹੈ।
ਕੱਢ ਕੇ ਤੋਰ ਦਿੱਤਾ ਆਪਣਾ ਲੜਕਾ। ਤੁਰਿਆ ਜਦੋਂ ਥੋੜੀ ਜਿਹੀ ਦੂਰ ਤੋਂ ਲੜਕਾ ਮੁੜਿਆ ਆ, ਵਾਪਸ ਆ ਗਿਆ। ਜਦੋਂ ਪੁੱਛਣਾ ਕੀਤਾ ਬੇਟਾ ਮੁੜ ਕਾਤੇ ਆਇਆ, ਪਿਤਾ ਜੀ ਬਦ ਸ਼ਗਨ ਹੋ ਗਿਆ ਜੀ, ਗਧਾ ਹੀਂਗ ਪਿਆ। ਕਹਿੰਦਾ ਚੰਗਾ ਹੋ ਗਿਆ ਪੁੱਤ ਮੁੜਿਆ ਆ, ਜਾਣਾ ਨਹੀਂ ਚਾਹੀਦਾ, ਬਦ ਸ਼ਗਨ ਹੋ ਗਿਆ, ਨਹੀਂ ਗਿਆ। ਦਸ਼ਮੇਸ਼ ਪਿਤਾ ਜੀ ਨੇ ਇੱਕ ਗੁਰਸਿੱਖ ਨੂੰ ਭੇਜਿਆ ਵੀ ਪਤਾ ਕਰਕੇ ਆ। ਕਹਿੰਦੇ ਸੀ ਪੰਡਤ ਜੀ ਸਿਦਕ ਦੀ ਕਥਾ ਸ਼ੁਰੂ ਕਰਨੀ ਹੈ ਤੇ ਪਤਾ ਕਰਕੇ ਆ। ਵੀ ਪੋਥੀ ਮੰਗਵਾ ਲਈ, ਆ ਗਈ, ਸ਼ਾਮ ਨੂੰ ਕਥਾ ਕਰਨਗੇ। ਜਦੋਂ ਆਇਆ ਗੁਰਸਿੱਖ ਤੇ ਆ ਕੇ ਪੁੱਛਿਆ, ਕਹਿੰਦਾ ਨਹੀਂ ਜੀ ਅੱਜ ਤਾਂ ਲੜਕਾ ਗਿਆ ਨਹੀਂ, ਕੋਈ ਵਿਘਨ ਪੈ ਗਿਆ। ਗੁਰਸਿੱਖ ਨੇ ਵਾਪਸ ਆ ਕੇ ਦੱਸਿਆ ਦਸ਼ਮੇਸ਼ ਪਿਤਾ ਜੀ ਨੂੰ, ਗੁਰੂ ਸਾਹਿਬ ਇਹਨੂੰ ਬੁਲਾ ਕੇ ਲੈ ਕੇ ਆ। ਉਹ ਦੁਬਾਰਾ ਆਇਆ, ਗੁਰਸਿੱਖ ਬੁਲਾ ਕੇ ਲੈ ਗਿਆ। ਹਾਂ ਪੰਡਤ ਜੀ ਕੀ ਗੱਲ ਹੋ ਗਈ? ਉਹ ਜੀ ਮੈਂ ਅੱਜ ਸੁਬਾਹ ਲੜਕੇ ਨੂੰ ਤੋਰਿਆ ਨਾ, ਗਣੇਸ਼ ਪੂਜਾ ਵੀ ਕਰ ਲਈ ਸੀ, ਮਹੂਰਤ ਵੀ ਕੱਢ ਲਿਆ ਸੀਗਾ, ਪਰ ਬਦ ਸ਼ਗਨ ਹੋ ਗਿਆ। ਤੁਰਨ ਵੇਲੇ ਨਾ ਥੋੜੀ ਦੂਰ ਗਿਆ ਸੀ, ਲੜਕਾ ਨਾ ਗਧਾ ਹਿੰਗ ਪਿਆ ਤੇ ਮੁੜਿਆ, ਲੜਕਾ ਗਿਆ ਨਹੀਂ, ਕਿਸੇ ਦਿਨ ਫੇਰ ਭੇਜਣਾ। ਗੁਰੂ ਸਾਹਿਬ ਕਹਿੰਦੇ ਵੀ ਤੇਰਾ ਤਾਂ ਸਿਦਕਾਵਦਾ ਹੀ ਨਹੀਂਗਾ, ਨਾ ਤੈਨੂੰ ਜੰਤਰੀ ਤੇ ਭਰੋਸਾ, ਨਾ ਤੈਨੂੰ ਗਣੇਸ਼ ਤੇ ਭਰੋਸਾ ਵੀ ਹੁਣ ਗਣੇਸ਼ ਪੂਜਾ ਕਰ ਲਈ ਕੰਮ ਸ਼ੁੱਧ ਹੋ ਜੂ, ਨਾ ਤੈਨੂੰ ਮਹੂਰਤ ਤੇ ਭਰੋਸਾ, ਤੇ ਤੁਰਨ ਵੇਲੇ ਗਧੇ ਨੂੰ ਗੁਰੂ ਮੰਨ ਲਿਆ ਵੀ ਗਧਾ ਹਿੰਗ ਪਿਆ, ਵਾਪਸ ਆ ਗਿਆ। ਤੇਰਾ ਤਾਂ ਆਪਣੀ ਸਿਦਕ ਹਿੱਲਿਆ ਹੋਇਆ, ਸਾਡੇ ਤਾਂ ਗੁਰਸਿੱਖ ਪਹਿਲੇ ਹੀ ਸਿਦਕ ਦੇ ਪੱਕੇ ਐ। ਇਹ ਤਾਂ ਅਰਦਾਸ ਕਰਕੇ ਜਿੱਧਰ ਨੂੰ ਜਾਂਦੇ ਆ ਮੋਰਚਾ ਫਤਿਹ ਕਰਕੇ ਆਉਂਦੇ ਆ। ਬੋਲੋ ਸਤਨਾਮ। ਕਹਿਣ ਦਾ ਭਾਵ ਜਿਹਨਾਂ ਦੇ ਨਿਸ਼ਚੇ ਡੋਲੇ ਹੋਏ ਹੁੰਦੇ ਆ, ਇਹ ਹਾਲਤ ਹੈ ਬਹੁਤ ਦੁਨੀਆ ਦੀ। ਆਪਣੇ ਵਿੱਚ ਵੀ ਜਿਨ੍ਹਾਂ ਨੂੰ ਗਿਆਨ ਨਹੀਂ ਪੜਾ, ਇਹ ਛਿੱਕ ਵੱਜ ਗਈ ਜੀ, ਇਹ ਪਿੱਛੋਂ ਆਵਾਜ਼ ਮਾਰਤੀ ਜੀ ਕਿਸੇ ਨੇ, ਉਹ ਜੀ ਬਿੱਲੀ ਲੰਘ ਗਈ ਜੀ। ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ ਬਿੱਲੀਆਂ ਤੋਂ ਡਰਨ ਲੱਗ ਗਏ, ਅੱਜ ਗਿਆਨ ਨਹੀਂ। ਬਿੱਲੀ ਲੰਘ ਗਈ, ਕਈ ਸਾਡੀਆਂ ਮਾਵਾਂ ਭੈਣਾਂ ਵੀ ਗੱਡੀ ਵਾਲੇ ਵੇ ਭਾਈ ਗੱਡੀ ਬੰਦ ਕਰ ਲਾ, ਵੇ ਜੋੜੇ ਝਾੜ ਲਓ, ਵੇ ਪਾਣੀ ਦੀ ਘੁੱਟ ਭਰ ਲਓ, ਵੇ ਬਿੱਲੀ ਲੰਘ ਗਈ, ਅੱਜ ਨਹੀਂ ਬਚਦੇ, ਮਰਾਂਗੇ, ਅੱਜ ਤਾਂ ਬਿੱਲੀ ਲੰਘ ਗਈ। ਆਹ ਹਾਲ ਹੈ ਜੀ, ਗਿਆਨ ਤੋਂ ਬਿਨਾਂ ਸੱਚ ਜਾਣੋ ਤੁਸੀਂ ਬੜੀ ਦੁਨੀਆ ਦਾ, ਆਹ ਹਾਲਤ ਹੋ ਗਈ ਸਾਡੀ ਗਿਆਨ ਤੋਂ ਬਿਨਾਂ। ਚਲੋ ਇਦਾਂ ਦਾ ਕੁਝ ਨਹੀਂ ਹੁੰਦਾ, ਇਹ ਛੱਡ ਦਿਓ, ਛੱਡ ਦਿਓ ਇਹ ਗੱਲਾਂ ਤਾਂ, ਤੇ ਆਪਣਾ ਸਿਦਕ ਭਰੋਸਾ ਪ੍ਰਪੱਕ ਕਰੀਏ, ਬਾਣੀ ਦੇ ਗਿਆਨ ਨਾਲ ਜੁੜ ਕੇ, ਤੇ ਨਾਲ ਨਾਲ ਇਹ ਜਿਹੜੀਆਂ ਗੁੰਝਲਾਂ ਨੇ ਇਹ ਸਾਰੀਆਂ ਨਿਕਲ ਜਾਣੀਆਂ। ਬਸ ਗੁਰਬਾਣੀ ਗਿਆਨ ਦਾ ਕੰਘਾ ਫੇਰਿਆ ਕਰੋ ਮਨ ਦੇ ਵਿੱਚ, ਕਿ ਸ਼ੰਕੇ ਗੁੰਝਲਾਂ ਵਹਿਮ ਭਰਮ ਸਾਰੇ ਖਤਮ ਹੋ ਜਾਣਗੇ। ਇੱਕੋ ਹੀ ਇਲਾਜ ਹੈ ਬਸ ਬਾਣੀ ਦੀ ਵਿਚਾਰ, ਸਾਰੀਆਂ ਮੁਸ਼ਕਲਾਂ ਦਾ ਇੱਕੋ ਇਲਾਜ ਹੈ, ਸਹਿਜ ਪਾਠ ਕਰਿਆ ਕਰੋ ਅਰਥਾਂ ਸਮੇਤ। ਸੱਚਾ ਗਿਆਨ ਮਿਲ ਜਾਣਾ ਹੈ ਨਾ, ਸੱਚਾ ਗਿਆਨ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ। ਐਸੀ ਕੋਈ ਮੁਸ਼ਕਲ ਨਹੀਂ ਜ਼ਿੰਦਗੀ ਦੀ ਜਿਹਦਾ ਹੱਲ ਬਾਣੀ ਵਿੱਚ ਨਾ ਦੱਸਿਆ ਹੋਵੇ। ਚਲੋ ਅਗਲਾ ਕਕਾਰ ਸੰਖੇਪ ਦੇ ਵਿੱਚ ਕਹਿ ਦੇਵਾਂ ਤਾਂ ਕਿ ਆਪਾਂ ਫਿਰ ਹੋਰ ਕਿਸੇ ਪ੍ਰਕਾਰ ਦੀ ਗੱਲ ਸ਼ੁਰੂ ਕਰਾਂਗੇ। ਸੋ ਕਿਰਪਾਨ, ਕਿਰਪਾਨ ਧਰਮੀ ਪੁਰਸ਼ ਕੋਲ ਸ਼ਾਸਤਰ ਹੈ ਜਿਹੜਾ, ਇਹ ਮਾੜਾ ਨਹੀਂ, ਗੁੰਡਿਆਂ ਕੋਲੇ ਮਾੜਾ ਹੈ। ਗੁੰਡੇ ਕੋਲੇ ਤਾਂ ਮਾਮੂਲੀ ਜਿਹਾ ਸ਼ਾਸਤਰ ਵੀ ਮਾੜਾ ਹੈ, ਕਿਉਂ ਉਹਨੇ ਗਲਤ ਕੰਮ ਕਰਨਾ ਹੈ। ਧਰਮੀ ਪੁਰਸ਼ ਦਾ ਸ਼ਾਸਤਰ ਹੈ ਜਿਹੜਾ, ਇਹ ਕਿਰਪਾ ਕਰਦਾ ਹੈ। ਕਿਰਪਾਨ ਗੁੰਡਿਆਂ ਕੋਲ ਛੁਰਾ ਹੁੰਦਾ ਹੈ, ਧਰਮੀ ਪੁਰਸ਼ ਕੋਲ ਕਿਰਪਾਨ ਹੁੰਦੀ ਹੈ। ਡਾਕੂਆਂ ਕੋਲੇ ਵੀ ਹਥਿਆਰ ਹੁੰਦੇ ਨੇ ਡਾਕਾ ਮਾਰਨ ਵਾਸਤੇ, ਧਰਮੀ ਪੁਰਸ਼ ਕੋਲੇ ਵੀ ਹਥਿਆਰ ਹੈ, ਗੁਰਸਿੱਖ ਕੋਲੇ ਵੀ ਹਥਿਆਰ ਹੈ ਡਾਕੂਆਂ ਨੂੰ ਭਜਾਉਣ ਵਾਸਤੇ। ਦੋਨੇ ਗੱਲਾਂ ਦਾ ਫਰਕ ਹੈ। ਇਸ ਕਰਕੇ ਡਾਕੂ ਨਾਲੋਂ ਮੈਂ ਤਾਂ ਕਹਾਂਗਾ ਧਰਮੀ ਪੁਰਸ਼ ਕੋਲੇ ਹਥਿਆਰ ਇੱਕ ਤੋਂ ਵੱਧ ਹੀ ਚਾਹੀਦੇ ਹੈ, ਡਾਕੂ ਨਾਲੋਂ ਤਾਂ ਵੱਧ ਹੀ ਚਾਹੀਦੇ ਨੇ, ਫਿਰ ਡਾਕੂ ਭਜਾਉਣੇ ਪੈਣਾ। ਇਸ ਕਰਕੇ ਧਰਮੀ ਪੁਰਸ਼ ਦਾ ਜਿਹੜਾ ਹਥਿਆਰ ਹੈ ਇਹ ਕਿਰਪਾ ਹੀ ਵਰਤਾਉਂਦਾ ਹੈ, ਇਹ ਕਿਰਪਾ ਹੀ ਕਰਦਾ ਹੈ। ਤਾਂ ਤੇ ਨਾਲ ਨਾਲ ਜੋ ਇਹਦੀ ਰਹਿਤ ਵੀ ਜਦੋਂ ਹੀਲੇ ਫੇਲ ਹੋ ਜਾਣ ਉਦੋਂ ਇਹਦੀ ਵਰਤੋਂ ਦੱਸਿਆ ਗੁਰੂ ਸਾਹਿਬ ਨੇ ਵੀ ਸਾਨੂੰ ਸ਼ੌਂਕ ਨਹੀਂ ਕੋਈ ਕਿਸੇ ਲੜਾਈ ਝਗੜੇ ਦਾ, ਜੋ ਕਿੱਦਾਂ ਨਾ ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਫੇਲ ਹੋ ਜਾਣ, ਅਪੀਲ ਵਕੀਲ ਦਲੀਲ ਕਹਿ ਲਓ, ਮਨੁੱਖ ਦੇ ਬੁਨਿਆਦੀ ਹੱਕਾਂ ਦੀਆਂ ਜੜ੍ਹਾਂ ਵੱਢੀਆਂ ਜਾਣ, ਹਕੂਮਤ ਦੇ ਨਸ਼ੇ ਵਿੱਚ ਸਮੇਂ ਦੀਆਂ ਸਰਕਾਰਾਂ ਦੇ ਕੰਨ ਤੇ ਜੂੰ ਨਾ ਸਰ ਕੇ, ਤਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸ਼ਾਸਤਰ ਵਰਤ ਲੈਣਾ ਵੀ ਧਰਮ ਹੈ। ਜੋ ਹੀਲੇ ਫੇਲ ਹੋ ਜਾਣ ਆਖਰ ਦੇ ਉੱਤੇ, ਜਿਵੇਂ ਕਿ ਡਾਕਟਰ ਹੁੰਦਾ ਹੈ, ਦਵਾਈ ਦਿੰਦਾ ਹੈ, ਟੀਕੇ ਲਾਉਂਦਾ ਹੈ, ਫਿਰ ਡ੍ਰਿਪ ਲਾਉਂਦਾ ਹੈ, ਅਖੀਰ ਦੇ ਉੱਤੇ ਜਾ ਕੇ ਕਹਿੰਦਾ ਵੀ ਆਪਰੇਸ਼ਨ ਕਰਨਾ ਪਊ, ਆਪਰੇਸ਼ਨ ਕਰਨਾ ਪਊ। ਤਾਂ ਤੇ ਫਿਰ ਕੀ ਹੁੰਦਾ ਹੈ, ਜਿਸ ਵੇਲੇ ਡਾਕਟਰ ਕਿਸੇ ਦਾ ਗੋਡਾ ਕੱਢ ਦਿੰਦਾ ਹੈ, ਯੂਟਰਸ ਕੱਢ ਦਿੰਦਾ ਹੈ, ਬ੍ਰੈਸਟ ਕੱਢ ਦਿੰਦਾ ਹੈ, ਉਸ ਵੇਲੇ ਇਹ ਨਹੀਂ ਵੀ ਕੋਈ ਉਸ ਅੰਗ ਨਾਲ ਵੈਰ ਹੈ ਜਾਂ ਡਾਕਟਰ ਕ੍ਰੋਧ ਵਿੱਚ ਹੈ,
ਨਾ ਅੰਗ ਤਾਂ ਆਪਣਾ ਹੀ ਹੈ, ਪਰ ਉਹ ਅੰਗ ਇੰਨਾ ਜ਼ਿਆਦਾ ਵਿਗੜ ਗਿਆ ਕਿ ਉਹ ਆਪਣਾ ਹੀ ਅੰਗ ਸਰੀਰ ਤੋਂ ਵੱਖ ਕਰਨਾ ਪਿਆ। ਬਗਾਨਾਪਣ ਤਾਂ ਉੱਥੇ ਵੀ ਹੈ ਨਹੀਂ, ਬਗਾਨਾਪਣ ਕੋਈ ਨਹੀਂ, ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣਾਈ। ਇਸ ਕਰਕੇ ਫਿਰ ਧਰਮ ਯੁੱਧ ਹੋਏ, ਭਾਵ ਕਿ ਸਮਾਜ ਇੱਕ ਸਰੀਰ ਹੈ, ਕੱਲਾ ਕੱਲਾ ਮਨੁੱਖ ਸਮਾਜ ਦਾ ਅੰਗ ਹੈ। ਕੋਈ ਅੰਗ ਇੰਨਾ ਜ਼ਿਆਦਾ ਵਿਗੜ ਗਿਆ ਕਿ ਪੂਰੇ ਸਮਾਜ ਨੂੰ ਦੁਖੀ ਕਰਦਾ ਹੈ, ਤਾਂ ਉਹ ਅੰਗ ਜਾਣੀ ਕਿ ਸਰੀਰ ਦੇ ਵਿੱਚ ਰੱਖਣ ਯੋਗ ਨਹੀਂ ਹੁੰਦਾ। ਅੰਗ ਆਪਣਾ ਹੀ ਹੁੰਦਾ ਹੈ, ਪਰ ਵਿਗੜ ਗਿਆ ਇੰਨਾ। ਆਪਾਂ ਦੇਖਦੇ ਹਾਂ ਜਿਹੜੇ ਅੰਗ ਵਿੱਚ ਕੈਂਸਰ ਦੇ ਸੈੱਲ ਪੈਦਾ ਹੋ ਜਾਣ, ਆਪਾਂ ਕਹਿੰਦੇ ਜੀ ਵੱਖ ਕਰੋ, ਕੀ ਕਰਾਉਣਾ, ਇਹ ਤਾਂ ਵਿਗੜੀ ਜ਼ਿਆਦਾ ਗਿਆ, ਤਾਂ ਸਾਰੇ ਸਰੀਰ ਨੂੰ ਦੁਖੀ ਕਰਦਾ। ਇਹ ਜਾਣੀ ਕਿ ਸਮਝਣ ਵਾਸਤੇ ਇੱਕ ਉਦਾਹਰਨ ਦਿੱਤੀ ਹੈ ਕਿ ਉਦਾਹਰਨ ਦੇ ਨਾਲ ਗੱਲ ਪਕੜ ਵਿੱਚ ਆ ਜਾਂਦੀ ਹੈ। ਇਸ ਕਰਕੇ ਜਾਣੀ ਕਿ ਧਰਮ ਯੁੱਧ ਦੇ ਪਿੱਛੇ ਭਾਵ ਕੀ ਸੀ, ਇਹ ਆਪਾਂ ਸਮਝ ਲਿਆ ਕਿ ਦੁਨੀਆ ਸੁਖੀ ਵਸੇ, ਸ਼ਾਂਤ ਵਸੇ, ਕੋਈ ਕਿਸੇ ਨਾਲ ਜ਼ਬਰ ਜ਼ੁਲਮ ਧੱਕਾ ਨਾ ਕਰੇ, ਸਭ ਨੂੰ ਹੱਕ ਸੱਚ ਨਿਆਂ ਮਿਲੇ। ਫਿਰ ਜ਼ਾਲਮ ਹਕੂਮਤਾਂ ਦੀਆਂ ਜੜ੍ਹਾਂ ਪੱਟੀਆਂ ਗੁਰੂ ਸਾਹਿਬ ਜੀ ਨੇ, ਸਰਬੰਸ ਤੱਕ ਵਾਰ ਦਿੱਤਾ ਆਪਣਾ। ਕਾਹਦੇ ਵਾਸਤੇ? ਮਕਸਦ ਨਾ ਭੁੱਲ ਜਿਓ, ਸਾਰੀ ਦੁਨੀਆ ਸੁਖੀ ਵਸੇ, ਸ਼ਾਂਤ ਵਸੇ, ਸਭ ਨੂੰ ਹੱਕ ਸੱਚ ਨਿਆਂ ਮਿਲੇ, ਸਭ ਨੂੰ ਕਿਤੇ ਵੀ ਕਿਸੇ ਨਾਲ ਵੀ ਜ਼ਬਰ ਜ਼ੁਲਮ ਧੱਕਾ ਬੇਇਨਸਾਫੀ ਨਾ ਹੋਵੇ, ਸਭ ਦੀਆਂ ਲੋੜਾਂ ਪੂਰੀਆਂ ਹੋਣ, ਸਾਰੀ ਦੁਨੀਆ ਸੁਖੀ ਸ਼ਾਂਤ ਵਸੇ। ਇਹ ਹੈ ਧਰਮੀ ਪੁਰਸ਼ ਦੇ ਸ਼ਾਸਤਰ ਦੇ ਪਿੱਛੇ ਭਾਵਨਾ। ਧੱਕਾ ਕਰਨ ਵਾਲਾ ਕੋਈ ਨਾ ਹੋਵੇ, ਇੱਥੇ ਕੋਈ ਕਿਸੇ ਨਾਲ ਧੱਕਾ ਨਾ ਕਰੇ, ਉਹਨੂੰ ਸਮਝਾਓ, ਬੇਨਤੀ ਕਰੋ, ਅਪੀਲ ਕਾਨੂੰਨੀ ਕਾਰਵਾਈ ਕਰੋ, ਅਪੀਲ ਵਕੀਲ ਦਲੀਲ ਸਾਰਾ ਕੁਝ। ਪਰ ਜੇ ਗੱਲ ਹੀ ਉੱਪਰ ਲੰਘੇ ਬਿਲਕੁਲ ਵੀ ਹੱਲ ਹੀ ਕੋਈ ਨਹੀਂ, ਉੱਥੇ ਜਾ ਕੇ ਫਿਰ ਹਥਿਆਰ ਦੀ ਵਰਤੋਂ ਦੱਸਿਆ। ਤੇ ਇਹਦੇ ਪਿੱਛੇ ਜਾਨੀ ਕਿ ਫਿਰ ਕਿਸ ਤਰ੍ਹਾਂ ਜਾਨੀ ਕਿ ਗੁਰਸਿੱਖਾਂ ਦੇ ਆ ਹਥਿਆਰ ਨੇ ਕੀ ਕੀਤਾ, ਆਓ ਸੰਖੇਪ ਵਿੱਚ ਇਤਿਹਾਸਕ ਦਰਸ਼ਨ। ਇੱਕ ਵਾਰ ਕੀ ਹੋਇਆ, ਕੋਈ ਜਰਵਾਣਾ ਕੋਈ ਜ਼ਾਲਮ ਆਇਆ, ਆਉਂਦੀ ਰਹਿੰਦੇ ਸੀ, ਦਿੱਲੀ ਵਾਲੇ ਪਾਸੇ ਲੁੱਟਮਾਰ ਕੀਤੀ ਹੈ, ਨਾਲ ਨਾਲ ਬੀਬੀਆਂ ਨੂੰ ਵੀ ਗ੍ਰਿਫਤਾਰ ਕੀਤਾ, ਗੱਡੇ ਭਰ ਕੇ ਲੈ ਕੇ ਜਾ ਰਿਹਾ ਹੈ। ਇਹ ਜਿਹੜਾ ਕਾਫਲਾ ਸੀ ਜ਼ਾਲਮ ਦਾ, ਜਿਨ੍ਹਾਂ ਨੇ ਬੀਬੀਆਂ ਦੇ ਵੀ ਗੱਡੇ ਭਰੇ ਹੋਏ ਆ, ਤੇ ਬੀਬੀਆਂ ਰੋਂਦੀਆਂ ਕਰਲਾਉਂਦੀਆਂ ਜਾਂਦੀਆਂ, ਕੋਈ ਛੜਾ ਲਓ ਵੀਰੋ ਵੀ ਫੜ ਕੇ ਲੈ ਚੱਲਿਆ ਜਰਵਾਣਾ। ਇੱਕ ਸਾਧੂਆਂ ਦੀ ਕੁਟੀਆ ਕੋਲ ਦੀ ਲੰਘਿਆ ਇਹ ਕਾਫਲਾ, ਉਹ ਸਾਧੂ ਕਹਾਉਣ ਵਾਲਿਆਂ ਦੇ ਕੰਨਾਂ ਦੇ ਵਿੱਚ ਬੀਬੀਆਂ ਦੇ ਰੋਣ ਦੀ ਆਵਾਜ਼ ਪਈ। ਸਾਧੂ ਕਹਾਉਣ ਵਾਲੇ ਹੈ ਨਹੀਂ ਸੀ, ਕਹਾਉਂਦੇ ਸੀ ਸੋ ਕਾਲਡ। ਇੱਕ ਸਾਧੂ ਦੂਜੇ ਨੂੰ ਪੁੱਛਦਾ, ਬ੍ਰਹਮਦਾਸਾ ਆਹ ਰੋਣ ਦੀ ਆਵਾਜ਼ ਕਿੱਧਰੋਂ ਆਉਂਦੀ ਹੈ? ਜਿਸ ਵੇਲੇ ਕਿਹਾ ਬ੍ਰਹਮਦਾਸਾ ਰੋਣ ਦੀ ਆਵਾਜ਼ ਕਿੱਧਰੋਂ ਆਉਂਦੀ ਹੈ, ਬ੍ਰਹਮਦਾਸ ਨੇ ਕੋਠੀ ਦਾ ਦਰਵਾਜ਼ਾ ਖੋਲ੍ਹਿਆ ਤੇ ਦੇਖ ਲਿਆ ਉਹਨੇ ਵੀ ਬੀਬੀਆਂ ਰੋਂਦੀਆਂ ਜਾਂਦੀਆਂ ਗੱਡਿਆਂ ਦੇ ਵਿੱਚ, ਜ਼ਾਲਮ ਨੇ ਪਕੜੀਆਂ ਹੋਈਆਂ। ਬ੍ਰਹਮਦਾਸ ਨੇ ਕੋਠੀਆ ਦਾ ਦਰਵਾਜ਼ਾ ਬੰਦ ਕੀਤਾ ਤੇ ਆਪਣੇ ਸਾਥੀ ਨੂੰ ਕਹਿਣ ਲੱਗਿਆ, ਸ਼ਾਂਤੀ ਦਾਸਾ ਦੁਨੀਆ ਤਿੰਨ ਕਾਲ ਅਸਤ ਹੈ। ਸ਼ਾਂਤੀ ਦਾਸ ਤੇ ਬ੍ਰਹਮਦਾਸ ਉਹਨਾਂ ਨੇ ਕੋਠੀ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਹੀ ਫੋਕਾ ਗਿਆਨ ਘੋਟ ਲਿਆ। ਕਹਿੰਦੇ ਦੁਨੀਆ ਤਿੰਨ ਕਾਲ ਅਸਤ ਹੈ, ਦੁਨੀਆ ਤਿੰਨ ਕਾਲ ਅਸਤ ਹੈ, ਫੋਕਾ ਗਿਆਨ ਹੀ ਘੋਟ ਲਿਆ। ਤੇ ਜ਼ਾਲਮ ਦਾ ਕਾਫਲਾ ਲੰਘ ਗਿਆ ਕੋਲ ਦੀ, ਲੰਘ ਰਿਹਾ ਇਹ ਕਾਫਲਾ ਇੱਕ ਪਹਾੜੀ ਦੇ ਕੋਲ ਦੀ, ਜਿੱਥੇ ਕਿ ਕੰਨ ਪਾਟੇ ਜੋਗੀ ਕੱਚ ਦੀਆਂ ਮੁੰਦਰਾਂ ਪਾ ਕੇ ਸੰਸਾਰ ਦੇ ਫਰਜ਼ਾਂ ਤੋਂ ਭਗੌੜੇ ਹੋ ਕੇ ਉਹ ਚੜੇ ਬੈਠੇ ਨੇ ਤਾਹਾਂ ਪਹਾੜੀਆਂ ਤੇ। ਲੰਘ ਰਿਹਾ ਤੇ ਬੀਬੀਆਂ ਰੋਂਦੀਆਂ ਕਰਲਾਉਂਦੀਆਂ ਜਾਂਦੀਆਂ, ਜੋਗੀਆਂ ਦੇ ਕੰਨ 'ਚ ਵੀ ਬੀਬੀਆਂ ਦੇ ਰੋਣ ਦੀ ਆਵਾਜ਼ ਪਈ। ਇੱਕ ਜੋਗੀ ਦੂਜੇ ਨੂੰ ਪੁੱਛਦਾ ਆਪਣੇ ਸਾਥੀ ਨੂੰ, ਕਹਿੰਦਾ ਕਝੁੱਡੂ ਨਾਥਾ ਆ ਆਵਾਜ਼ ਕਿੱਧਰੋਂ ਆਉਂਦੀ ਹੈ ਰੋਣ ਦੀ? ਕਝੁੱਡੂ ਨਾਥ ਨੇ ਪਹਾੜੀ ਦੇ ਕਿਨਾਰੇ ਤੇ ਹੋ ਕੇ ਵੇਖਿਆ, ਕੋ ਨਾਲ ਨਾਲ ਰਾਹ ਚੱਲਦਾ ਸੀ ਨਾ, ਵੇਖਿਆ ਦੇਖ ਲਿਆ ਵੀ ਤਾਂ ਬੀਬੀਆਂ ਨੂੰ ਲਿਜਾ ਰਹੇ ਫੜ ਕੇ। ਕਝੁੱਡੂ ਨਾਥ ਪਾਸੇ ਹੋ ਹਟ ਕੇ ਨਾ, ਪਿੱਛੇ ਹਟ ਕੇ ਆਪਣੇ ਸਾਥੀ ਨੂੰ ਕਹਿਣ ਲੱਗਿਆ, ਕਹਿੰਦਾ ਚਾਂਦੀ ਨਾਥਾ ਇਹ ਤਾਂ ਕੋਈ ਜ਼ਾਲਮ ਬੀਬੀਆਂ ਨੂੰ ਲਿਜਾ ਰਿਹਾ ਪਕੜ ਕੇ, ਚਲ ਆਪਾਂ ਕੀ ਲੈਣਾ, ਪਰਲੇ ਪਾਸੇ ਮੂੰਹ ਕਰਕੇ ਕੰਨਾਂ 'ਚ ਉਂਗਲਾਂ ਦੇ ਲਾ। ਕਝੁੱਡੂ ਨਾਥ ਤੇ ਚਾਂਦੀ ਨਾਥ ਹੋਰਾਂ ਨੇ ਪਰਲੇ ਪਾਸੇ ਮੂੰਹ ਕਰਕੇ ਕੰਨਾਂ 'ਚ ਉਂਗਲਾਂ ਦੇ ਲਈਆਂ। ਇੱਕ ਦੂਜੇ ਨੂੰ ਪੁੱਛਦੇ, ਹੁਣ ਤਾਂ ਨਹੀਂ ਸੁਣਦੀਆਂ? ਕਹਿੰਦਾ ਨਹੀਂ, ਹੁਣ ਨਹੀਂ ਸੁਣਦੀਆਂ। ਕੰਨਾਂ ਵਿੱਚ ਉਂਗਲਾਂ ਦੇ ਲਈਆਂ। ਜੋਗੀਆਂ ਨੇ ਬ੍ਰਹਮਦਾਸ ਤੇ ਸ਼ਾਂਤੀ ਦਾਸ ਉਹਨਾਂ ਨੇ ਕੁਟੀਆ ਦੇ ਦਰਵਾਜ਼ੇ ਬੰਦ ਕਰ ਲਏ। ਇਹ ਹਾਲ ਸੀ। ਹੁਣ ਲੰਘ ਰਿਹਾ ਜ਼ਾਲਮ ਦਾ ਕਾਫਲਾ ਇੱਕ ਜੰਗਲ ਵਿੱਚ ਦੀ, ਕਿਸੇ ਥਾਂ ਦੇ ਉੱਤੇ ਸਿੰਘ ਬੈਠੇ ਨੇ, ਪ੍ਰਸ਼ਾਦਾ ਛਕਣ ਦੀ ਤਿਆਰੀ ਹੈ। ਇਹਨੇ ਨੂੰ ਬੀਬੀਆਂ ਦੇ ਰੋਣ ਕਰਲਾਉਣ ਦੀ ਆਵਾਜ਼ ਪੈਣੀ ਸ਼ੁਰੂ ਹੋ ਗਈ, ਕੋਈ ਛੜਾ ਲਓ ਵੀਰੋ ਕੋਈ ਫੜ ਕੇ ਲੈ ਚੱਲਿਆ ਜਰਵਾਣਾ। ਜਿਸ ਵੇਲੇ ਰੋਣ ਕਰਲਾਉਣ ਦੀ ਆਵਾਜ਼ ਪਈ ਤੇ ਸਿੰਘ ਕਹਿੰਦੇ ਵੀ ਇਹ ਤਾਂ ਬੀਬੀਆਂ ਦੀ ਆਵਾਜ਼ ਲੱਗਦੀ ਹੈ। ਕਹਿੰਦੇ ਹਾਂ, ਇਹਨਾਂ ਦਾ ਰੋਜ਼ ਦਾ ਹੀ ਕੰਮ ਹੈ, ਤੀਜੇ ਦਿਨ ਕੋਈ ਨਾ ਕੋਈ ਮੂੰਹ ਚੱਕ ਕੇ ਆ ਜਾਂਦਾ ਇੱਧਰ ਨੂੰ। ਫਿਰ ਕਹਿੰਦੇ ਕੀ ਕਰੀਏ? ਫੈਸਲਾ ਹੋਇਆ, ਕਹਿੰਦੇ ਅਰਦਾਸਾਂ ਸੋਧੋ, ਜ਼ਾਲਮ ਘੇਰੋ, ਖੰਡਾ ਖੜਕਾਓ, ਬੀਬੀਆਂ ਛਡਾਓ, ਘਰੋਂ ਘਰੀ ਛੱਡ ਕੇ ਆਓ, ਪ੍ਰਸ਼ਾਦਾ ਮੰਗੂ ਹੀ ਛਕਾਂਗੇ।
लो जी ਸਿੰਘਾਂ ने ਸੋਧਿਆ ਅਰਦਾਸਾ घेर लिया जरवाना ਜਿਹੜਾ ब्रह्मदास शांति दास होरां दी कुटिया कोल दी लंघिया आ को झुड्डू नाथ होरां कोल दी लंघिया आ अखंडियां वाले ਸਿੰਘਾਂ ने घेर लिया ऐसा खंडा खड़काया कुछ मारे गए कोई गड्ढे छड़ के भज गए ते ਸਿੰਘ उन्हां बीबियां नूं जालमां तो छड़ा के घर घर छड्ड आए ऐसा खंडा खड़किया जालम भज के कुछ मारे गए यह है शास्त्र की रहत तां ते इदां इस गल नूं असीं समझण दी कोशिश कीती है इतिहासक दर्शन संगेप च कर लिया नाल याद रखियो जी असी जानी कि गुंडे नहीं अस खालसा अकाल पुरख की फौज प्रगटिओ खालसा परमात्मा की मौज ते फौज कोले हथियार है जिहड़े वो भले वास्ते हुंदे है ना कि जानी कि किसी नाल कोई जबर जुल्म धक्का करने वास्ते ते खालसा अकाल पुरख की फौज तो भी बड़ा एक गहरा भाव मिलता है रहता ना मैं जे बचन आउंदे ने ना देखो सारी सृष्टि किहदी है अकाल पुरख दी सारी सृष्टि अकाल पुरख दी है ते खालसा अकाल पुरख दी फौज फौज काहदे वास्ते हुंदी बेहतरी वास्ते भाव के ये अकाल पुरख दी फौज खालसा पूरी मनुखता सृष्टि का सेवादार है अकाल पुरख दी फौज पूरी मनुखता की बेहतरी वास्ते है बोलो सतनाम पूरी मनुखता की ना कि एक राष्ट्र की अकाल पुरख की फौज जिवें पाकिस्तान की फौज है भारत की फौज है अमेरिका वो तो अपने अपने राष्ट्र वास्ते है पर खालसा अकाल पुरख की फौज है ये पूरी मनुखता पूरी दुनिया की बेहतरी वास्ते है पूरी मनुखता का सेवादार है फौजी सेवादार होंगे ये अकाल पुरख की फौज है सो इदा कृपान की रहत बारे आप गल की है सो केस मैं हुण संपूर्ण कर जावां भावें समा हो गया फिर क्योंकि अज ये सबजैक्ट पूरा हो जाए केस गुरु की मोहर रहत की है कि असी माड़े कम्मां तो शर्म खानी है बंदगी करनी है से दाड़ियां सच्चियां जे गुरचरनी लगते जे दाड़ा शराब नाल ही भिज गया ऐसा दाड़ा तो किसी काम का नहीं फिरदा जे दस्तार शराब पी के गिट्टां च पैंदी फिरदी है फिर तक किसी काम नहीं फिर तो क्योंकि बुरे कम्मां तो शर्म आपां आम कहंदे ना देखियो पग नूं लाज ना ला दी देखियो किते दाड़े नूं लाज ना ला दी ये तो केसां दी रहत की है चाहे भैन भरा कोई है असी बुरे कम्मां तो शर्म खानी है ते बंदगी करनी है बंदगी की हुंदी है गुरु की दसी मर्यादा सिक्ख्या विच रहिंदे होए मालक नूं याद करना बंदिश विच रह के बंदी अंदर सिफत कराए ताको कहिए बंदा बंदी अंदर दा भाव गुरु के ज्ञान विच रहना है कदे भी गुरु के वचन की उलंघना नहीं करनी जे गुरु के वचनों की उलंघना करते हैं भगती नकली है इस करके केस कहते ने ये बंदगी वाला पुरुष है ये माड़े कम्मां तो शर्म खांदा है माड़े कम्मां तो शर्म खानी ते नाल नाल इतिहासक दर्शन बड़ा लंबा इशारा मात्री दी जावां जिवें भाई तारू सिंह जी ने खोपर लहा दिता पर केसां नूं कैंची नहीं लगन दित्ती सिੱਖਿਆ की दे के भी साडे धर्म दे विच केस नहीं कटाए जांदे खोपर लहा दिता जांदा है ये सिक्ख्या लै लईए केसां की संभाल करो जिन्हें गलती की है कोई गल नहीं दुरुस्त कर लो नहीं पता हुंदा सो केसां दा कतल नहीं कराउणा साबत सूरत रहना है पर नाल नाल अकल लाजमी चाहिदी है अकल शकल अमल जे अकल ना होवे गुरु की मत पल्ले ना होवे फिर कोई कीमत नहीं जे हुण दस्तार दाड़ा है खड़दा जाके ठेकियां ते जूआ घरां दे विच पुट्ठे थावां ते जाके खड़दा है ओह जे दाड़े दस्तार दा क्या है दा झूठ बोलदा है फिर भी नहीं जचदा जे आप झूठ बोलते हाँ फिर दाड़ा जचदा नहीं कृपान पाई जचदी नहीं तो सिद्ध किवें भी गप्प जी मारदा करना इस करके इहदी रहत विच असीं परपक्क रहना है रहत विच परपक्क रहीए तां इत्थों तक आपां ये विशा जिहड़ा पूरा हो गया भी धर्म का संबंध मन दे नाल है ककारां दी रहत भी मन टिका के रखीए निचोड़ कह देवां कशहरे की रहत मन विच टिकी रहे असीं आदतां च पक्के रहना है कड़े की रहत मन विच धारण करनी है कि असीं कोई माड़ा काम नहीं जिंदगी च करना ते वहमां भरमां तो मुक्ति कंघे की रहत मन च टिका के रखनी भी सिदक विच रहना है ते नाल नाल गुरबाणी रूपी कंघा फेरदे रहना मन दे विच कोई किसी किस्म का शंका गुंझल ना होवे ते कृपाण स्वैमान अणख आज़ादी वाला जीवन जिउणा है ना डरना है ना डराउणा है भै काहू को देत नह नह भै मानत आन कहो नानक सुन रे मना ज्ञानी ताहे बखान सवै मान अणख आज़ादी कृपान ताते नाल नाल आपां समझ लिया केस बुरे कामां तो शर्म बंदगी इत्थों तक ये अपना जिहड़ा सबजैक्ट सी पूरा हो गया श्लोक पढ़ के समाप्ति
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਸੰਗਤਾਂ ਦਾ ਧੰਨਵਾਦ ਪਿਆਰ ਨਾਲ ਸੁਣਿਆ।